खुदावंद यसु मसीह दे जलाली ते मुबारक नां 'च तुहानूं सारिਆਂ ਨੂੰ सलाम। गवाही टीवी ਦੇ प्रोग्राम ਅੱਜ ਦੀ ਗਵਾਹੀ 'ਚ एक दफ़ा फिर मैं तुहानूं सब ਨੂੰ खुशामदीद कहना और खुदा ਦੀ शुक्रगुजारी करना जो बड़ा मेहरबान है जिन्हें साडे ते रहम कीता है और सानूं ਇਹ ਨਵਾਂ ਸਾਲ ਬਖਸ਼ਿਆ है। खुदावंद ਇਹ ਚਾਹੁੰਦਾ ਹੈ कि इस नਵੇਂ ਸਾਲ 'ਚ ਅਸੀਂ ਉਹਦਾ ਕੰਮ ਕਰੀਏ, ਉਹਦੀ ਗਵਾਹੀ ਦਈਏ, ਉਹਦੇ ਨਾਂ ਨੂੰ ਉੱਚਾ ਕਰੀਏ और खुदावंद ਦੀ ਇਹ ਮਰਜ਼ੀ ਹੈ कि ਇਹ ਸਾਲ ਸਾਡੀ ਜ਼ਿੰਦਗੀ 'ਚ फलदार साल होए। हुण ये फल रूहानी किवें पैदा साडी जिंदगी 'ਚ होएगा और किस तरह असी रूहानी तौर ते इस साल नूं मौसर और बाबरकत बना सकने आ। ये खास गल्लां करन वास्ते खुदावंद दे बड़े सोहणे और सच्चे खादम आली जनाब पादरी सैमुअल खोकर साहब मेरे नाल स्टूडियो 'ਚ मौजूद ने ते उन्हां नाल मिल के असी अज नवें साल 'ਚ असां करना की है इस मौजू ते असी गल करांगे। भाई साहब तुहानूं नवां साल बहुत बहुत मुबारक होए। तुहानूं भी बहुत बहुत मुबारक। बड़ा दिन नवां साल कैसा गुजरिया है? बहुत अच्छा गुजरिया, वधिया रहा काम जी, ठीक सी। ते कराची च केक शेक बाबा मिठे मिठे केक बस 24 ਦੀ ਰਾਤ ਨੂੰ ਅਸੀਂ ਕੇਕ ਕੱਟਨੇ ਆ। अच्छा जी, ਰਾਤ ਨੂੰ ठीक है। ਤੇ ਉਹ ਫਿਰ ਲੋਕਾਂ ਨੂੰ ਖਵਾ ਦਈਦਾ, ਚਾਹ ਪਿਆ ਦਈਦੀ ਹੈ। ਠੰਡ ਸੀ ਨੇ, ठंड सी, ठीक है। बोतलों वाला काम ते नहीं ना? ਬੋਤਲਾਂ ਵਾਲਾ ਅਸਲ 'ਚ ਪਿਛਲੇ ਸਾਲਾਂ 'ਚ ਰਿਹਾ ਵੇ, ਪੱਕੇ ਚੱਲਦੇ ਹੁੰਦੇ ਸਨ। ठीक है। ਤੇ ਪੰਜਾਬ 'ਚ ਲੋਕ ਜਿਹੜੇ ਨੇ ਉਹ ਤੇ ਠੰਡ ਤੇ ਬੁੱਕਲਾਂ ਤੇ ਇਸ ਤਰ੍ਹਾਂ ਦਾ, ਲੇਕਿਨ ਸਾਡੇ ਕੁਝ ਰਿਵਾਜ ਕਰਾਚੀ 'ਚ ਵੇ ਕਿ ਲੋਕੀ ਜ਼ਿਆਦਾ 24 ਦੀ ਰਾਤ ਨੂੰ ਇਬਾਦਤ ਕਰਨਾ ਪਸੰਦ ਕਰਦੇ ਨੇ। बिल्कुल ठीक है। ਔਰ 31 ਦਸੰਬਰ ਨੂੰ ਵੀ ਰਾਤ ਨੂੰ ਰਸ਼ ਹੁੰਦਾ ਜ਼ਿਆਦਾ ਔਰ ਸਵੇਰੇ ਫਿਰ ਜਿਹੜਾ ਬੰਦਾ ਪੂਰਾ ਸਾਲ ਨਹੀਂ ਆਂਦਾ, ਸਾਲ ਪੂਰਾ ਨਹੀਂ ਆਉਂਦਾ ਨਾ, ਉਹ ਵੀ ਮਤਲਬ ਕਰ ਲੈਂਦਾ ਕਿਉਂਕਿ ਇਬਾਦਤ ਜਿਹੜੀ ਹੈ ਨਾ ਇਹ ਬੜੀ, ਕਿਉਂਕਿ ਕਈ ਵਾਕਈ ਗੱਲ ਤੁਹਾਡੀ ਬਿਲਕੁਲ ਠੀਕ ਹੈ, ਕਈ ਸਾਲਾਨਾ ਇਬਾਦਤ ਕਰਦੇ ਨੇ। ਸਾਲਾਨਾ ਸਾਲਾਨਾ ਕਰਦੇ ਉਹ ਜਦੋਂ ਕੈਲੰਡਰ ਬਦਲਦਾ ਹੈ ਹਾਂ ਤਾਂ ਉਹਦੇ ਨਾਲ ਹੀ ਬਦਲ ਜਾਂਦਾ ਹੈ। ਅੱਛਾ ਭਾਈ ਸਾਹਿਬ ਇੱਕ ਗੱਲ ਇਹ ਵੇ ਕਿ ਲੋਕ ਇਹ ਕਹਿੰਦੇ ਨੇ ਜੀ ਕਿ ਵੇਖੋ ਕਿੱਡੀ ਵਧੀਆ ਗੱਲ ਹੈ, ਅਸੀਂ ਨਵੇਂ ਸਾਲ ਸ਼ੁਰੂ ਹੋਣ 'ਚ ਜਦੋਂ ਟਾਈਮ ਸੀ ਕੈਲੰਡਰ ਬਦਲ ਰਿਹਾ ਸੀ ਅਸੀਂ ਖੁਦਾ ਦੇ ਘਰ ਸਾਂ। ਹਾਂ ਤੇ ਵੇਖੋ ਫਿਰ ਨਵਾਂ ਸਾਲ ਆਇਆ ਤੇ ਫਿਰ ਆ ਗਏ ਹਾਂ ਅਸੀਂ। ਹਰ ਜਦੋਂ ਕੈਲੰਡਰ ਬਦਲਦਾ ਹੈ ਅਸੀਂ ਖੁਦਾ ਦੇ ਘਰ ਹੁੰਨੇ ਆ। ਮੈਂ ਸਰ ਜਿਸ ਵਕਤ ਇੱਕ ਗੌਂ 'ਚ ਸਾਂ ਨਾ, ਕੋਰਸ ਤੋਂ ਬਾਅਦ ਮਤਲਬ ਕਿਸੇ ਭਾਈ ਸਾਹਿਬ ਦੇ ਨਾਲ ਸਾਂ ਕਿਸੇ ਗੌਂ 'ਚ, ਆਹੋ, ਤੇ ਉੱਥੇ ਗਏ ਤੇ ਚੁੱਕ ਮੇਰਾ ਪਹਿਲਾ ਸਾਲ ਸੀ। ਵੈਸੇ ਤੇ ਮੈਂ ਚੁੱਕ ਵੱਡਾ ਦਿਨ ਕਰਦੇ ਰਹੇ ਆ ਆਪਣੇ ਅੱਬਾ ਦੇ ਨਾਲ, ਲੇਕਿਨ ਉਸ ਜਗ੍ਹਾ ਦੇ ਉੱਤੇ ਕੋਰਸ ਕਰਨ ਤੋਂ ਬਾਅਦ ਮੇਰਾ ਭਾਈ ਸਾਹਿਬ ਦੇ ਨਾਲ ਸੀ ਪਹਿਲਾ ਸਾਲ। ਠੀਕ ਹੈ। ਤਾਂ ਮੈਂ ਗਿਆ ਤੇ ਉੱਥੇ ਵੱਡੀ ਇਬਾਦਤ ਹੋਈ ਵੱਡੇ ਦਿਨ ਦੀ। ਉੱਥੋਂ ਸਾਰੇ ਲੋਕ ਆ ਰਹੇ ਸਨ ਮੁਬਾਰਕਬਾਦੀਆਂ ਦੇਣ। ਪੰਜਾਬ ਦੇ ਵਿੱਚ ਨਾ ਬੜਾ ਰਿਵਾਜ ਹੈ, ਹਾਰ ਸ਼ਰ ਪਾਉਂਦੇ ਨੇ ਪਾਦਰੀਆਂ ਨੂੰ ਔਰ ਸ਼ੁਕਰਗੁਜ਼ਾਰੀਆਂ ਦਿੰਦੇ ਨੇ ਔਰ ਬੜਾ ਕਰਦੇ ਨੇ। ਤੇ ਕਰਾਚੀ 'ਚ ਕੰਮ ਮੱਠਾ ਹੈ। ਹਾਂ, ਕਰਾਚੀ 'ਚ ਮੱਠਾ ਹੈ। ਹਾਂ, ਇੱਥੇ ਨਹੀਂ ਹੈ, ਲੇਕਿਨ ਉੱਥੇ ਬਹੁਤ ਜ਼ਿਆਦਾ ਉਹ ਕਰਦੇ ਨੇ। ਤਾਂ ਸਾਰੇ ਨਾਲ ਜਿਹੜੇ ਭਾਈ ਸਾਹਿਬ ਸਨ ਉਹਨਾਂ ਨੂੰ ਹਰ ਕੋਈ ਸ਼ੁਕਰਗੁਜ਼ਾਰੀਆਂ ਦੇ ਰਿਹਾ ਹੈ, ਸਲਾਮ ਕਹਿ ਰਿਹਾ ਹੈ, ਵੱਡਾ ਦਿਨ ਮੁਬਾਰਕ ਕਹਿ ਰਿਹਾ ਹੈ। ਹਰ ਕੋਈ ਸ਼ੁਕਰਗੁਜ਼ਾਰੀ ਦੇ ਕੇ ਤੇ ਕਹਿ ਰਿਹਾ ਹੈ ਭਾਈ ਸਾਹਿਬ ਵੱਡਾ ਦਿਨ ਮੁਬਾਰਕ, ਵੱਡਾ ਦਿਨ ਮੁਬਾਰਕ ਨਾ। ਇੱਕ ਬੰਦਾ ਆਇਆ, ਉਹਨੇ 10 ਰੁਪਏ ਭਾਈ ਸਾਹਿਬ ਨੂੰ ਦਿੱਤੇ ਨੇ ਤੇ ਉਹ ਕਹਿਣ ਡਿਆ ਭਾਈ ਸਾਹਿਬ ਮੇਰੇ ਵੱਲੋਂ ਵੱਡਾ ਦਿਨ, ਨਵਾਂ ਸਾਲ ਤੇ ਈਸਟਰ ਮੁਬਾਰਕ। ਓਏ ਕੱਟ ਤਿੰਨੇ ਹੀ ਉਹਨੇ ਨਾ 10 ਚ ਭਗਦਾ ਦਿੱਤੇ ਨੇ, 10 ਚ ਉਹਨੇ ਤਿੰਨੇ ਕੰਮ ਕਰ ਦਿੱਤੇ ਨੇ। ਤਾਂ ਮੈਂ ਮੇਰੇ ਲਈ ਨਾ ਚੁੱਕੇ ਇਹ ਨਵਾਂ ਕੰਮ ਸੀ। ਹਾਂ, ਤਾਂ ਮੈਂ ਭਾਈ ਸਾਹਿਬ ਨੂੰ ਬਾਅਦ ਚ ਪੁੱਛਿਆ ਕਿ ਭਾਈ ਸਾਹਿਬ ਇਹ ਬੰਦਾ ਜਿਹੜਾ ਹੈ ਨਾ ਇਹਨੇ ਤਿੰਨੇ ਮੁਬਾਰਕਾਂ 10 ਚ ਦੇਤੀਆਂ ਨਾ ਤੁਹਾਨੂੰ, ਤੇ ਇਹ ਕੀ? ਉਹ ਕਹਿਣ ਲੱਗੇ ਕਿ ਬੇਟਾ ਫਰਕ ਲੋਕੀ ਬਾਤਾਂ ਕਰਦੇ ਨੇ, ਕੋਈ ਕਰਦੇ ਨੇ 8 ਦੀ, ਠੀਕ ਹੈ, ਕੋਈ ਕਰਦੇ ਨੇ 68 ਦੀ, ਓਏ ਹੋਏ ਹੋਏ, ਤੇ ਕੋਈ ਕਰਦੇ ਨੇ 366 ਦੀ। 366 ਦੀ, ਵਾਹ। ਯਾਨੀ ਉਹ ਸਾਲ ਬਾਅਦ ਹੀ ਉਹਨਾਂ ਨੇ ਆਉਣਾ ਹੈ ਪੂਰੀ ਇੱਕੋ ਵਾਰੀ ਕੰਮ। ਤੇ ਇਹ ਆਪਣੇ 10 ਦੇ ਗਿਆ, ਇਹਨੂੰ ਪਤਾ ਵੀ ਨਾ ਮੈਂ ਨਵੇਂ ਸਾਲ ਤੇ ਆਉਣਾ ਹੈ ਨਾ ਮੈਂ ਈਸਟਰ ਤੇ ਆਉਣਾ ਹੈ, ਮੇਰੇ ਵੱਲੋਂ ਅੱਜ ਹੀ ਸਾਰੀਆਂ ਮੁਬਾਰਕਾਂ। ਇਹ 366 ਦੀ ਕੰਮ, 366 ਦੀ ਇੱਕੋ ਵਾਰੀ ਕੰਮ ਹੋ ਗਿਆ। ਓਹੋ। ਤਾਂ ਫਿਰ ਮੈਨੂੰ ਹੌਲੀ ਹੌਲੀ ਪਤਾ ਚੱਲਿਆ ਕਿ ਵਾਕਈ ਨਾ ਕਾਫੀ ਲੋਕ ਐਸੇ ਨੇ 366 ਵਾਲੀ ਵੀ ਕਰਦੇ ਨੇ। ਕਰਦੇ ਨੇ, ਉਹ ਨਹੀਂ ਕਰਦੇ। ਤੇ ਕਰਾਚੀ 'ਚ ਵੀ ਐਸੇ ਨੇ, ਐਸੇ 366 ਵਾਲੇ। ਅੱਛਾ ਜੀ, 366 ਵਾਲੇ ਲੋਕ ਵੀ ਇੱਥੇ ਹੈ ਨੇ ਤੇ ਦੂਜੇ ਵੀ ਹੈ ਨੇ। ਅੱਛਾ, ਲੇਕਿਨ ਭਾਈ ਸਾਹਿਬ ਜਿਹੜੀ ਗੱਲ ਅਸੀਂ ਕਰ ਰਹੇ ਸਾਂ ਅੱਜ, ਜਿਹੜੀ ਕਿ ਖੁਦਾ ਨੇ ਸਾਨੂੰ ਨਵਾਂ ਸਾਲ ਦਿੱਤਾ ਹੈ। ਬਾਗਬਾਨ ਆਂਦਾ ਹੈ ਔਰ ਦਰਖਤ ਨੂੰ ਹਰ ਸਾਲ ਬੇਫਲ ਪਾ ਰਿਹਾ ਹੈ, ਕੋਈ ਫਲ ਨਹੀਂ, ਪੱਤੇ ਨੇ, ਰੌਣਕਾਂ ਨੇ, ਲੇਕਿਨ ਫਲ ਨਹੀਂ ਹੈ। ਇਹ ਅਫਸੋਸ ਵਾਲੀ ਗੱਲ ਹੈ। ਹਾਂ, ਅਫਸੋਸ ਹੈ ਬਹੁਤ। ਅਸੀਂ ਵੀ ਜਦੋਂ ਤੁਸੀਂ ਪਾਸਬਾਨ ਹੋ, ਮਸੀਹ ਤਜਰਬਾ ਤੁਹਾਡਾ, ਤੇ ਇਸ ਸਾਲ ਕਿਵੇਂ
ਇਹ ਸਾ ਟੀਵੀ 'ਚ ਜਿਹੜੇ ਲੋਕ ਇਸ ਵਕਤ ਵੇਖ ਰਹੇ ਨੇ ਭੈਣ ਭਰਾ, ਉਹਨਾਂ ਨੂੰ ਦੱਸਣਾ ਹੈ ਕਿ ਇਸ ਸਾਲ ਤੁਸੀਂ ਕਿਸ ਤਰ੍ਹਾਂ ਫਲਦਾਰ ਜ਼ਿੰਦਗੀ ਗੁਜ਼ਾਰ ਸਕਦੇ ਹੋ ਔਰ ਕਰਨਾ ਕੀ ਹੈ ਇਸ ਸਾਲ। ਬਿਲਕੁਲ ਇਹ ਬਹੁਤ ਜ਼ਰੂਰੀ ਗੱਲ ਹੈ। ਹਾਂ, ਬਹੁਤ ਜ਼ਰੂਰੀ, ਕਿਉਂਕਿ ਕੋਈ ਪਤਾ ਨਹੀਂ ਇਹ ਪਿਛਲੇ ਸਾਲ ਦੇ ਵਿੱਚ 2020 ਦੇ ਵਿੱਚ ਜੀ ਸਰ, ਜੀ ਸਰ, ਇੰਨੇ ਜੀ ਚਲੇ ਗਏ ਨੇ, ਇਤਨੇ ਜ਼ਿਆਦਾ। ਉਹ ਕੁਝ ਕਰੋਨੇ ਦੇ ਅੱਗੇ ਚੜ ਗਏ ਨੇ, ਕੁਝ ਜਨਾਬ ਹੋਰ ਬਿਮਾਰੀਆਂ 'ਚ, ਕਈ ਮਾਲੀ ਤੌਰ ਨਾਲ ਪਿਸ ਗਏ ਨੇ, ਕਈਆਂ ਦੀਆਂ ਨੌਕਰੀਆਂ ਛੁੱਟ ਗਈਆਂ ਨੇ। ਲੋਕ ਬਹੁਤ ਪਰੇਸ਼ਾਨ ਨੇ ਔਰ ਬਹੁਤ ਸਾਰੇ ਲੋਕਾਂ ਦੇ ਅਜ਼ੀਜ਼ ਜਿਹੜੇ ਨੇ, ਜਿਹੜੇ ਉਹਨਾਂ ਦੇ ਨਾਲ ਗੁਜ਼ਰੇ ਸਾਲਾਂ 'ਚ ਹੈ ਸਨ, 20 ਦੇ ਵਿੱਚ ਚਲੇ ਗਏ ਨੇ। ਓਹੋ। ਔਰ ਖੁਦਾ ਨੇ ਇੱਕ ਬੜਾ ਵੱਡਾ ਫਜ਼ਲ ਕੀਤਾ ਹੈ ਕਿ ਉਹਨੇ ਸਾਨੂੰ ਇੱਕ ਨਵਾਂ ਸਾਲ ਦਿੱਤਾ ਹੈ। ਔਰ ਇਸ ਸਾਲ ਦੇ ਵਿੱਚ ਸਾਨੂੰ ਖਬਰਦਾਰ ਤੇ ਹਰ ਸਾਲ ਹੀ, ਕਿਉਂਕਿ ਜਦੋਂ ਵੀ ਅਸੀਂ ਨਵੇਂ ਸਾਲ ਦੇ ਮੌਕੇ ਤੇ ਗਿਰਜੇ ਜਾਂਦੇ ਆ ਤੇ ਪਾਦਰੀ ਪੜ੍ਹ ਕੇ ਸੁਣਾਉਂਦੇ ਨੇ ਕਿ ਤਮਸੀਲ ਸੁਣਾਉਂਦੇ ਨੇ ਨਾ, ਜਿਹੜੀ ਲੂਕਾ ਦੀ ਇੰਜੀਲ ਵਿੱਚ ਦਰਜ ਹੈ ਕਿ ਮਤਲਬ ਮਾਲਕ ਆਉਂਦਾ ਹੈ ਤੇ ਬਾਗਬਾਨ ਨੂੰ ਵੀ ਦੇਖਦਾ ਹੈ, ਤੇ ਬਾਗਬਾਨ ਤੇ ਕੰਮ ਕਰਨ ਡਿਆ ਹੈ। ਜੀ ਕਰ ਰਿਹਾ, ਉਹ ਤਾਂ ਲਗਾਤਾਰ ਕੰਮ ਕਰ ਰਿਹਾ। ਹਾਂਜੀ, ਥਾਲਾ ਵੀ ਖੋਦਿਆ ਜਾ ਰਿਹਾ, ਓਹੋ, ਖਾਦ ਵੀ ਡਾਲੀ ਜਾ ਰਹੀ ਹੈ, ਪਾਣੀ ਵੀ ਦਿੱਤਾ ਜਾ ਰਿਹਾ ਹੈ। ਓਹੋ, ਯਾਨੀ ਉਹਦੀ ਦੇਖਭਾਲ ਦੇ ਵਿੱਚ ਤੇ ਕਮੀ ਨਹੀਂ ਆਈ, ਕੋਈ ਕਮੀ ਨਹੀਂ। ਇੱਕ ਦਰਖਤ ਜਿਹੜਾ ਹੈ ਉਹ ਕੰਮ ਹੀ ਕੋਈ ਨਹੀਂ ਕਰਨ ਡਿਆ। ਬੇਫਲ ਦਰਖਤ ਹੈ। ਔਰ ਬਾਈਬਲ 'ਚ ਇੱਕ ਚੀਜ਼ ਆਈ ਹੈ, ਯੂਹੰਨਾ ਦੀ ਮੱਤੀ ਦੀ ਇੰਜੀਲ ਜਦੋਂ ਪੜ੍ਹੀਏ 3 ਬਾਬ, ਉੱਥੇ ਲਿਖਿਆ ਹੈ ਹੁਣ ਦਰਖਤਾਂ ਦੀ ਜੜ ਤੇ ਕੁਲਹਾੜਾ ਰੱਖਿਆ ਹੈ। ਜਿਹੜਾ ਦਰਖਤ ਫਲ ਨਹੀਂ ਲਿਆਉਂਦਾ, ਕੰਮ ਤੱਕ ਪਹੁੰਚ ਗਿਆ ਹੈ, ਕੁਲਹਾੜਾ ਰੱਖਿਆ ਬਸ ਉੱਤੇ ਜੜਾਂ ਤੇ ਰੱਖਿਆ। ਔਰ ਜੜ ਦੇ ਉੱਤੇ ਜਾਂ ਤੇ ਹੋਵੇ ਨਾ ਜੀ ਕੁਹਾੜਾ ਮੰਗਾਉਣਾ ਹੈ, ਫਿਰ ਸੋਚਣਾ ਹੈ ਜੀ ਮਾਲਕ ਨੇ, ਨਹੀਂ, ਕੁਹਾੜਾ ਤੇ ਹੁਣ ਬਿਲਕੁਲ ਕਿਨਾਰੇ ਤੇ ਆ, ਕਿਸੇ ਵਕਤ ਵੀ ਵਾਕਿਆ ਹੋ ਸਕਦਾ ਹੈ। ਬਿਲਕੁਲ ਠੀਕ ਹੈ। ਔਰ ਲੋਕੀ ਸਾਡੇ ਆਦੀ ਹੋ ਗਏ ਨੇ, ਹਰ ਸਾਲ ਜਦੋਂ ਗਿਰਜੇ ਆਉਂਦੇ ਨੇ ਔਰ ਫਿਰ ਉਹ ਦੁਆ ਕਰਦੇ ਨੇ ਕਿ ਖੁਦਾਵੰਦ ਅਸੀਂ ਸ਼ਰਮਿੰਦਾ ਵਾਂ, ਅਸੀਂ ਗੁਜ਼ਰੇ ਸਾਲ ਵੀ ਦੁਆ ਕੀਤੀ ਸੀ ਇਸੇ ਤਰ੍ਹਾਂ ਦੀ, ਅੱਜ ਫਿਰ ਅਸੀਂ ਕਰਨ ਲੱਗੇ ਹਾਂ, ਤੇ ਕਰਨਾ ਕੁੰਨਾ ਕੁਛ ਨਹੀਂ ਹੁੰਦਾ। ਉਹੀ ਗੱਲਾਂ ਬਾਤ ਕਰਦੇ ਰਹਿੰਦੇ ਨੇ। ਉਹਨਾਂ ਇਹ ਦੇਖਣਾ ਕਿ ਚਲੋ ਦੁਆ ਕੀਤੀ ਤੇ ਕੰਮ ਚਲਾਉਣਾ ਹੈ ਆਪਣਾ, ਲੇਕਿਨ ਮੁਤਾਹਤ ਰਹਿਣਾ ਹੈ ਕਿ ਬਾਰ-ਬਾਰ ਜਿਹੜਾ ਹੈ ਨਾ ਇਕਰਾਰ, ਠੀਕ ਹੈ, ਇਕਰਾਰ ਕਰ ਲੈਣਾ, ਲੇਕਿਨ ਇਕਰਾਰ ਕਰਨ ਤੋਂ ਬਾਅਦ ਫਿਰ ਉਸ ਹਰਕਤ ਨੂੰ ਛੱਡ ਦੇਣਾ। ਇਹ ਵੀ ਜ਼ਰੂਰੀ ਹੈ। ਇਹ ਨਹੀਂ ਕਿ ਇਕਰਾਰ ਕਰਨਾ, ਤਰਕ ਵੀ ਕਰਨਾ ਹੈ। ਤਰਕ ਕਰਨਾ ਹੈ ਨਾ, ਉਹਦੇ ਤੇ ਰਹਿਮਤ ਹੋਣੀ। ਬਿਲਕੁਲ ਠੀਕ ਹੈ। ਇਸ ਲਈ ਇਹ ਸਾਲ ਜਿਹੜਾ ਹੈ ਨਾ 2021, ਇਸ ਸਾਲ ਦੇ ਵਿੱਚ ਅਸੀਂ ਇੱਕ ਬਹੁਤ ਬੜੀ, ਮੈਂ ਇੱਕ ਕੈਲੰਡਰ ਛਾਪਣਾ ਵਾ ਆਪਣੇ ਚਰਚ ਦੀ ਤਰਫੋਂ, ਉਹਦੇ ਉੱਤੇ ਮੈਂ ਨਾ ਇਸ ਸਾਲ ਨੂੰ ਉਮੀਦ ਦੇ ਸਾਲ ਦਾ ਨਾਮ ਦਿੱਤਾ। ਇਹ ਸਾਲ ਜਿਹੜਾ ਹੈ ਨਾ ਇੱਕ ਉਮੀਦ ਦਾ ਹੈ ਕਿ ਇਸ ਸਾਲ ਦੇ ਵਿੱਚ ਅਸੀਂ ਕੁਝ ਫਲ ਜਿਹੜੇ ਨੇ ਨਾ ਆਪਣੇ ਖੁਦਾ ਨੂੰ, ਉਹਦੀ ਉਮੀਦ ਜਿਹੜੀ ਹੈ ਨਾ ਸਾਨੂੰ ਕਰਨੀ ਹੈ ਕਿ ਅਸੀਂ ਇਹ ਕੰਮ ਜਿਹੜਾ ਨਾ ਖੁਦਾ ਵਾਸਤੇ ਕਰਨਾ ਹੈ। ਕਿਉਂਕਿ ਬਾਈਬਲ 'ਚ ਇੱਕ ਚੀਜ਼ ਆਈ ਹੈ, ਯੂਹੰਨਾ ਦੀ ਇੰਜੀਲ ਦੇ 15 ਬਾਬ ਦੀ 16 'ਚ ਲਿਖਿਆ ਹੈ ਕਿ ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਚੁਣਿਆ ਹੈ ਤੇ ਮੈਂ ਤੁਹਾਨੂੰ ਮੁਕਰਰ ਕੀਤਾ ਹੈ ਕਿ ਫਲ ਲਿਆਓ। ਆਮੀਨ। ਮੁਕਰਰ ਹੀ ਇਸ ਕੰਮ ਵਾਸਤੇ ਕੀਤਾ ਹੈ ਕਿ ਫਲ ਪੈਦਾ ਕਰੋ। ਹੁਣ ਜੇ ਤੁਸੀਂ ਫਲ ਦੀ ਗੱਲ ਕਰਨੇ ਆ ਤੇ ਫਲ ਸਾਨੂੰ ਹੁਣ ਸੇਬ ਅਮਰੂਦ ਤੇ ਨਹੀਂ ਲੱਗਣੇ ਨਾ, ਅਸੀਂ ਤੇ ਰੂਹਾਂ ਨੂੰ ਮਸੀਹ ਦੇ ਕੋਲ ਲਿਆਉਣਾ ਹੈ। ਆਮੀਨ, ਹਾਲੇਲੂਇਆ। ਸਾਡਾ ਫਲ ਇਹ ਵੇ ਕਿ ਅਸੀਂ ਕਿਸੇ ਬੰਦੇ ਨੂੰ ਰੋਸ਼ਨੀ ਜਿੰਨੀ ਕਿ ਸਾਡੇ ਕੋਲ ਆ ਗਈ ਹੈ, ਅਸੀਂ ਕਿਸੇ ਦੂਜੇ ਨੂੰ ਦੱਸ ਦਈਏ ਕਿ ਭਾਈ ਮਸੀਹ ਰੋਸ਼ਨ ਕਰਦਾ ਹੈ, ਆਮੀਨ, ਮਸੀਹ ਨਿਜਾਤ ਦਿੰਦਾ ਹੈ, ਮਸੀਹ ਸ਼ਿਫਾ ਦਿੰਦਾ ਹੈ, ਮਸੀਹ ਗੁਨਾਹ ਬਖਸ਼ ਦਿੰਦਾ ਹੈ। ਹਾਲੇਲੂਇਆ। ਉਹਦੇ ਨਾਲ ਰਹਿਣ ਦੇ ਫਾਇਦੇ ਬਹੁਤ ਨੇ। ਔਰ ਅਗਰ ਕੋਈ ਇਨਸਾਨ ਮਸੀਹ ਖੁਦਾਵੰਦ ਦੀ ਗੱਲ ਸੁਣ ਕੇ ਉਹਦੇ ਨੇੜੇ ਆ ਜਾਵੇ ਤਾਂ ਉਹਨੂੰ ਕਦੀ ਘਾਟਾ ਨਹੀਂ ਪਏਗਾ, ਨੁਕਸਾਨ ਕੋਈ ਨਹੀਂ ਹੁੰਦਾ, ਫਾਇਦੇ ਬਹੁਤ ਜ਼ਿਆਦਾ ਨੇ। ਹਾਲੇਲੂਇਆ। ਔਰ ਖੁਦਾਵੰਦ ਮਸੀਹ ਇਹ ਕਰਦਾ ਹੈ, ਤੇ ਜੇ ਅਸੀਂ ਇਹ ਕੰਮ ਕਰ ਦਈਏ ਤੇ ਇਹਦੇ ਨਤੀਜੇ ਸਾਨੂੰ ਵੀ ਬਰਕਤ ਮਿਲੇਗੀ। ਬਰਕਤ ਕਿੰਨੀ? ਬਾਈਬਲ 'ਚ ਇੱਕ ਬਿਆਨ ਆਇਆ ਦਾਨੀਏਲ ਦੀ ਕਿਤਾਬ 'ਚ, ਜਿਨ੍ਹਾਂ ਦੀ ਕੋਸ਼ਿਸ਼ ਨਾਲ ਬਤੇਰੇ ਸਾਧਕ ਹੋ ਗਏ। ਸਾਧਕ ਦਾ ਮਤਲਬ ਨਾਮ ਵੀ ਰੱਖੇ ਨੇ ਲੋਕਾਂ ਨੇ ਸਾਧਕ, ਲੇਕਿਨ ਉਹ ਕੰਮ ਸੱਚੇ ਨਹੀਂ ਕਰਦੇ। ਸਾਧਕ ਦਾ ਮਤਲਬ ਸੱਚਾ ਵੀ ਹੈ, ਲੇਕਿਨ ਅਸੀਂ ਇਹਦਾ ਮਤਲਬ ਸਾਧਕ ਦੇ ਨਾਂ ਨੂੰ ਵਿਗਾੜ ਵੀ ਦਿੰਦੇ ਨੇ। ਉਹ ਵਿਗਾੜ ਦਿੰਦੇ ਨੇ ਸਾਧਕ ਦੇ। ਹਾਂਜੀ, ਨਾਂ ਸਾਧਕ ਰੱਖੇ, ਮਾਰਦੇ ਝੂਠ ਰਹਿੰਦੇ, ਝੂਠ ਮਾਰਦੇ ਰਹਿੰਦੇ ਨੇ। ਲੇਕਿਨ ਬਾਈਬਲ 'ਚ ਜਿਹੜੀ ਸਦਾਕਤ ਦੀ ਜ਼ਿੰਦਗੀ ਹੈ ਨਾ, ਵਫਾਦਾਰੀ ਦੀ ਜ਼ਿੰਦਗੀ, ਅਗਰ ਅਸੀਂ ਆਪਣੇ ਖੁਦਾ ਦੇ ਨਾਲ ਵਫਾਦਾਰ ਰਹੀਏ, ਸਦਾਕਤ ਨਾਲ ਜ਼ਿੰਦਗੀ ਗੁਜ਼ਾਰੀਏ, ਔਰ ਅਸੀਂ ਕਿਸੇ ਨੂੰ ਇਸ ਸਦਾਕਤ ਤੋਂ ਵਾਕਿਫ ਕਰਾ ਦਈਏ ਕੋਸ਼ਿਸ਼ ਕਰਕੇ, ਤੇ ਬਾਈਬਲ 'ਚ ਲਿਖਿਆ ਹੈ ਕਿ ਉਹ ਬੰਦੇ ਜਿਨ੍ਹਾਂ ਦੀ ਕੋਸ਼ਿਸ਼ ਨਾਲ ਲੋਕ ਸਾਧਕ ਹੋ ਗਏ ਨੇ, ਅਸਮਾਨ ਤੇ ਤਾਰਿਆਂ ਵਾਂਗੂ, ਤਾਰਿਆਂ ਵਾਂਗੂ, ਜਿਵੇਂ ਤਾਰੇ ਚਮਕਦੇ ਨੇ ਹਨੇਰੇ ਦੇ ਵਿੱਚ,
ਤਾਰੇ ਵੱਡੇ ਵੱਡੇ ਨੇ ਲੇਕਿਨ ਲੱਗਦੇ ਛੋਟੇ ਨੇ, ਛੋਟੇ ਨੇ ਲੇਕਿਨ ਚਮਕ ਰਹੇ ਨੇ। ਚਮਕ ਰਹੇ ਨੇ। ਇਸੇ ਤਰ੍ਹਾਂ ਇਮਾਨਦਾਰ ਉਹ ਇਮਾਨਦਾਰ ਚਮਕੇਗਾ ਹਾਲੇਲੂਇਆ, ਜਿਹਨੇ ਆਪਣੀ ਜ਼ਿੰਦਗੀ 'ਚ ਫਲ ਲਿਆਂਦਾ ਹੈ। ਆਮੀਨ ਆਮੀਨ। ਕਿਸੇ ਬੰਦੇ ਨੂੰ ਰੋਸ਼ਨੀ ਦਿੱਤੀ ਹੈ ਨਾ, ਉਹਦੀ ਟੋਰ ਹੋਣੀ ਹੈ ਤਾਰੇ ਵਰਗੀ। ਆਏ ਹਾਏ ਹਾਏ। ਇਸ ਲਈ ਇਮਾਨਦਾਰ ਬੰਦੇ ਨੂੰ ਖਬਰਦਾਰ ਵੀ ਹੋਣਾ ਹੈ ਹਾਂ ਕਿ ਇਸ ਸਾਲ ਸਾਨੂੰ ਮੌਕਾ ਦਿੱਤਾ, ਅਗਰ ਅਸੀਂ ਪਿਛਲੇ ਸਾਲਾਂ 'ਚ ਨਹੀਂ ਕੀਤਾ ਕੋਈ ਗੱਲਬਾਤ ਨਹੀਂ, ਮਾਲਕ ਨੇ ਸਾਡੇ ਤੇ ਕਰਮ ਕਰ ਕਰਕੇ ਦਿੱਤਾ, ਸਾਨੂੰ ਇੱਕ ਨਵਾਂ ਸਾਲ ਦੇ ਦਿੱਤਾ ਹੈ ਔਰ ਇਸ ਸਾਲ ਦੇ ਵਿੱਚ ਅਸਾਂ ਕੁਝ ਨਾ ਕੁਝ ਕਰਕੇ ਵਿਖਾਣਾ ਹੈ। ਜੇ ਸਾਡੀ ਕਾਰਕਰਦਗੀ ਜ਼ੀਰੋ ਹੋਈ ਤੇ ਮਸਲਾ ਖਰਾਬ ਹੋ ਸਕਦਾ ਹੈ। ਹਾਂ, ਲਿਖਿਆ ਉਹਦੇ ਚ ਕਲਾਮ ਚ ਖਬਰਦਾਰ ਵੀ ਕੀਤਾ ਗਿਆ, ਖਬਰਦਾਰ ਕੀਤਾ ਗਿਆ, ਜਿੱਥੇ ਉਹਨੂੰ ਟਾਈਮ ਦਿੱਤਾ ਹੈ ਟਾਈਮ ਦਿੱਤਾ ਉੱਥੇ ਵੀ ਕਿਹਾ ਹੈ, ਆਗੇ ਕੋ ਭਲਾ ਤੇ ਖੈਰ ਖੈਰ ਨਹੀਂ ਕੱਟ ਦੇਣਾ, ਕੱਢ ਦੇਣਾ ਹੈ। ਇਹ ਬੜੀ ਐਸਾ ਅਗਰ ਇਹਨੇ ਕੀਤਾ ਤਾਂ ਠੀਕ ਹੈ, ਹਾਂ, ਨਹੀਂ ਤੇ ਮੁਸ਼ਕਲ ਹੋ ਸਕਦੀ ਹੈ। ਇਸ ਲਈ ਬਾਰ-ਬਾਰ ਜਿਹੜਾ ਹੈ ਨਾ, ਕਿਸੇ ਨੂੰ ਅਗਰ ਖੁਦਾ ਹੀ ਰਹਿਮ ਸਾਡੇ ਤੇ ਕਰਕੇ ਸਾਨੂੰ ਮੌਕੇ ਦੇਣ ਡਿਆ ਹੈ ਤੇ ਸਾਨੂੰ ਉਹਦੇ ਤੋਂ ਨਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ। ਅੱਛਾ ਭਾਈ ਸਾਹਿਬ, ਇਹ ਗੱਲ ਤੇ ਹੋ ਗਈ ਕਿ ਅਸਾਂ ਫਲ ਪੈਦਾ ਕਰਨਾ ਹੈ, ਲੇਕਿਨ ਇਮਾਨਦਾਰ ਦੀ ਜ਼ਿੰਦਗੀ 'ਚ ਕਿਹੜੇ ਕੰਮ ਹੋਣੇ ਚਾਹੀਦੇ ਨੇ ਕਿ ਭਈ ਉਹ ਫਲ ਪੈਦਾ ਕਰੇ? ਕਰੇ ਕੀ, ਕਿਸ ਤਰੀਕੇ ਦਾ? ਬੰਦਾ ਅੱਛਾ ਕਹਿ ਰਿਹਾ ਜੀ ਮੈਂ ਕਰਨਾ ਤੇ ਮੈਂ ਕੋਸ਼ਿਸ਼ ਕੀਤੀ ਹੈ, ਪਿਛਲੇ ਸਾਲ ਨਹੀਂ ਕਰ ਸਕਿਆ, ਜ਼ਰੂਰਤਾਂ ਸਨ। ਕਲਾਮ ਵੀ ਕਹਿੰਦਾ ਕਿ ਜਿਹੜੇ ਬੀਜ ਝਾੜੀਆਂ 'ਚ ਡਿੱਗੇ ਉਹ ਕਿਤੇ ਪਏ, ਲੇਕਿਨ ਫਿਕਰਾਂ ਨੇ ਦਬਾ ਦਿੱਤਾ। ਅੱਛਾ, ਲੋਕ ਕਹਿੰਦੇ ਨੇ ਭਾਜੀ ਮੈਂ ਕਰਾਂ ਕੀ, ਬੱਚੇ ਕਿਸ ਤਰ੍ਹਾਂ ਪਾਲਾਂ, ਮੁਸ਼ਕਿਲਾਂ ਨੇ, ਮੁਸ਼ਕਿਲਾਂ ਬਹੁਤ ਜ਼ਿਆਦਾ, ਪਰੇਸ਼ਾਨੀਆਂ ਨੇ, ਹਾਲਾਤ ਬਹੁਤ ਜ਼ਿਆਦਾ। ਤੁਸੀਂ ਤੇ ਵਿਹਲੇ ਹੋ। ਅੱਛਾ, ਪਾਦਰੀਆਂ ਨੂੰ ਵਿਹਲਾ ਸਮਝਦੇ ਨੇ, ਪਾਦਰੀਆਂ ਨੂੰ ਕਹਿੰਦੇ ਨੇ ਤੁਸੀਂ ਤੇ ਪਾਰ ਸਾਹਿਬ ਤੋਂ ਇਹਦੇ ਬਾਅਦ ਖੈਰ ਤੁਹਾਡਾ ਤੇ ਅਸੀਂ ਤੇ ਕੰਮ ਤੇ ਜਾਣਾ ਹੁੰਦਾ। ਹਾਂ, ਤੁਸੀਂ ਤੇ ਵੇਲੇ ਤੁਹਾਡੇ ਕੋਈ ਕੰਮ ਹੀ ਕੋਈ ਨਹੀਂ। ਹਾਂ, ਸਾਡਾ ਕੋਈ ਕੰਮ ਨਹੀਂ ਹੈ, ਤੂੰ ਸਮਝਦੀ ਹੈ ਜੇ। ਹਾਂ, ਗੱਲ ਠੀਕ ਭਾਈ ਸਾਹਿਬ, ਤੁਸੀਂ ਤੇ ਅਸੀਂ ਤੇ ਵੇਖੋ ਕੰਮ ਸ਼ਾਮ ਤੇ ਡਿਊਟੀਆਂ ਲਗਾਈਆਂ, ਤੁਸੀਂ ਤੇ ਖੈਰ ਅੱਗੋਂ ਵਿਹਲਾ ਨਹੀਂ ਆਉਂਦੇ। ਹਾਂ, ਸਿਰ ਕਹਿੰਦੇ ਨੇ ਤੁਸੀਂ ਤੇ ਖੈਰ। ਅੱਛਾ, ਤੁਸੀਂ ਜੇ ਕੋਈ ਵੱਡੇ ਪਾ ਦਿਓ ਤੁਹਾਨੂੰ, ਲੇਕਿਨ ਸਾਡੇ ਜੇ ਬੰਦੇ ਨੂੰ ਕਹਿ ਕੋਈ ਛੱਡ ਦੇਣਾ। ਹਾਂ, ਉਹ ਮਤਲਬ ਮੇਰਾ ਨਾ ਥੋੜਾ ਲਿਹਾਜ਼ ਕਰਦੇ ਨੇ ਕਿਤਾ ਸਿਰੇ, ਤੋ ਕਹਿੰਦੇ ਨੇ ਜੀ ਭਾਈ ਸਾਹਿਬ ਨੂੰ ਨਹੀਂ ਕਹਿਣਾ ਹੈ। ਨਹੀਂ, ਇਹ ਗੱਲ ਨਹੀਂ ਕਹਿਣੀ, ਲੇਕਿਨ ਉਹਨਾਂ ਨੂੰ ਵੈਸੇ ਪਤਾ ਵੀ ਹੈ ਮੇਰਾ ਕਿ ਮੈਂ ਕੰਮ ਬਹੁਤ ਕਰਨਾ, ਮੈਨੂੰ ਬਹੁਤ ਜ਼ਿਆਦਾ ਸ਼ੌਕ। ਮੈਂ ਅਸਲ 'ਚ ਨਾ ਭੱਜਿਆ ਹੋਇਆ ਬੰਦਾ ਵਾ ਨਾ, ਤੇ ਮੈਂ ਜਦੋਂ ਲੱਤ ਟੁੱਟੀ ਹੈ ਨਾ, ਮੈਂ ਮਾਫੀ ਜਦੋਂ ਉਹਨਾਂ ਕਿਹਾ ਨਾ ਲੱਤ ਕੱਟਣੀ ਹੈ, ਮੈਂ ਉਦੋਂ ਖੁਦਾਵੰਦ ਨਾਲ ਗੱਲ ਕੀਤੀ ਸੀ ਕਿ ਜੇ ਤੂੰ ਮੈਨੂੰ ਮੌਕਾ ਦਵੇਂ ਤੇ ਮੇਰੀ ਲੱਤ ਠੀਕ ਕਰ ਦੇ, ਕੱਟੀ ਨਾ ਜਾਵੇ। ਵਿਸਾਖੀ ਵਾਲਾ ਪਾਦਰੀ ਬਣ ਕੇ ਮੈਂ ਨਹੀਂ ਕੰਮ ਕਰਨਾ, ਜੇ ਇਹੋ ਹੀ ਲੱਤ ਚੰਗੀ ਹੋ ਗਈ ਤੇ ਫਿਰ ਮੈਂ ਤੇਰੇ ਵਾਸਤੇ ਕੰਮ ਕਰਾਂ। ਵਾਟ ਆ ਟੈਸਟਮਨੀ। ਨਾਜ਼ਰੀਨ, ਇੱਕ ਛੋਟਾ ਜਿਹਾ ਬ੍ਰੇਕ ਅਸੀਂ ਲਾਂਗੇ। ਬੜੀਆਂ ਸੋਹਣੀਆਂ ਤੇ ਕਲਾਮ ਦੀਆਂ ਸੱਚੀਆਂ ਗੱਲਾਂ ਤੁਸੀਂ ਸੁਣ ਰਹੇ ਹੋ। ਇੱਕ ਛੋਟੇ ਜਿਹੇ ਬ੍ਰੇਕ ਦੇ ਬਾਅਦ ਹਾਜ਼ਰ ਹੁੰਦੇ ਹਾਂ ਤੇ ਗਵਾਹੀ ਟੀਵੀ ਵੇਖਦੇ ਰਹੋ। ਛੋਟੀ ਜਿਹੀ ਬ੍ਰੇਕ ਦੇ ਬਾਅਦ ਮਿਲਦੇ ਹਾਂ। ਵੈਲਕਮ ਬੈਕ ਨਾਜ਼ਰੀਨ। ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸਾਂ ਕਿ ਇਹ ਸਾਲ ਅਸਾਂ ਖੁਦਾਵੰਦ ਵਾਸਤੇ ਫਲ ਪੈਦਾ ਕਰਨਾ ਹੈ। ਸਾਡੀ ਜ਼ਿੰਦਗੀਆਂ 'ਚ ਖੁਦਾ ਦਾ ਫਲ ਹੋਏ, ਅਸੀਂ ਬੇਫਲ ਨਾ ਰਹਿ ਜਾਈਏ। ਭਾਈ ਸਾਹਿਬ, ਇਹ ਸਾਲ ਬੜਾ ਜ਼ਰੂਰੀ ਸਾਲ ਹੈ। ਪਿਛਲੇ ਸਾਲ ਤੁਸੀਂ ਦੱਸ ਰਹੇ ਸੋ ਬੜੇ ਜੀ ਚਲੇ ਗਏ ਔਰ ਖੁਦਾਵੰਦ ਨੇ ਸਾਨੂੰ ਖਬਰਦਾਰ ਵੀ ਕੀਤਾ ਹੈ। ਤੇ ਫਿਰ ਕੀ ਕਰੇ ਬੰਦਾ? ਕੀ ਭਾਈ ਸਾਹਿਬ ਹੁਣ ਕੀ ਕਰਨਾ ਹੈ? ਇੱਕ ਤਮਸੀਲ ਜਿਹੜੀ ਅਸੀਂ ਸਾਲਾਨਾ ਸੁਣਨੇ ਆ ਨਾ ਨਵੇਂ ਸਾਲ ਤੇ, ਹਰ ਕੋਈ ਪਾਦਰੀ ਸੁਣਾਉਂਦਾ ਹੈ, ਉਹਦੇ 'ਚ ਬੜੀਆਂ ਗੱਲਾਂ ਖਾਸ ਨੇ, ਕੀਮਤੀ। ਅੱਛਾ, ਮਸੀਹ ਨੇ ਜਿਹੜੀ ਤਮਸੀਲਾਂ ਦਿੱਤੀਆਂ ਨੇ ਨਾ, ਉਹਨਾਂ 'ਚ ਗੱਲਾਂ ਸਾਰੀਆਂ ਫਾਇਦੇ ਵਾਲੀਆਂ ਨੇ ਤੇ ਖਬਰਦਾਰ ਕਰਨ ਵਾਲੀਆਂ ਨੇ। ਮਸੀਹ ਗੱਲ ਤਮਸੀਲ ਚੇਂਜ ਸੁਣਾਉਂਦੇ ਸਨ ਤਾਂ ਕਿ ਲੋਕਾਂ ਨੂੰ ਮਤਲਬ ਹੈ ਨਾ ਸਮਝਣ 'ਚ ਆਸਾਨੀ ਹੋਵੇ, ਸਾਦਾ ਕਰਕੇ ਕਰਾਉਣਾ, ਤਾਂ ਕਿ ਉਹਨਾਂ ਨੂੰ ਸਮਝ ਆ ਜੇ। ਜਿਹੜੇ ਆਮ ਉਹ ਜਿਸ ਮਾਹੌਲ 'ਚ ਰਹਿੰਦੇ ਸਨ ਨਾ, ਉਸ ਤਰ੍ਹਾਂ ਦੀ ਗੱਲ ਉਹਨਾਂ ਸਮਝਾਉਂਦੇ ਹਨ। ਫਿਰ ਉਹਨਾਂ ਨੂੰ ਚੁੱਕੇ ਉਹ ਗੱਲਾਂ ਦੀ ਉਹ ਛੇਤੀ ਸਮਝ ਆਉਂਦੀ ਹੈ, ਫਿਰ ਉਹ ਫਟ ਸਮਝ ਜਾਂਦੇ ਕਿ ਅੱਛਾ ਮਤਲਬ ਇਹ ਗੱਲ ਹੈ। ਹੁਣ ਚੁੱਕੇ ਫਲਸਤੀਨ ਦੇ ਵਿੱਚ ਤਾਕਿਸਤਾਨ ਅੰਗੂਰ ਦਾ ਬਹੁਤ ਜ਼ਿਆਦਾ ਸੀ, ਠੀਕ ਹੈ, ਤੇ ਉਹਨਾਂ ਨੇ ਤਾਕਿਸਤਾਨ ਦੀ ਗੱਲ ਸੁਣਾਈ ਕਿ ਤਾਕਿਸਤਾਨ ਦੇ ਵਿੱਚ ਅੰਜੀਰ ਦਾ ਦਰਖਤ ਤੇ ਬੇਫਲ ਹੈ। ਠੀਕ ਹੈ। ਇਹ ਪੂਰੀ ਦੁਨੀਆ ਜਿਹੜੀ ਹੈ ਨਾ, ਜੋ ਕੁਝ ਮੈਨੂੰ ਇਸ ਤਮਸੀਲ 'ਚ ਸਮਝ ਆਈ ਉਹ ਇਹ ਵੇ ਕਿ ਪੂਰੀ ਦੁਨੀਆ ਇੱਕ ਤਾਕਿਸਤਾਨ ਦੀ ਮਾਨਤ ਹੈ ਔਰ ਇਹਦੇ ਵਿੱਚ ਅੰਜੀਰ ਦਾ ਜਿਹੜਾ ਦਰਖਤ ਹੈ ਨਾ, ਉਹ ਇੱਕ ਕਲੀਸਿਆ ਹੈ। ਕਲੀਸਿਆ ਨੂੰ ਸਮਝੋ ਤੁਸੀਂ ਅੰਜੀਰ ਦਾ ਦਰਖਤ ਦੇ ਮਾਨਤ ਹੈ, ਔਰ ਇਸ ਅੰਜੀਰ ਦੇ ਦਰਖਤ ਨੂੰ ਕਲੀਸਿਆ ਨੂੰ ਫਲ ਲਿਆਣਾ ਹੈ। ਪਾਕਿਸਤਾਨ ਦੁਨੀਆ ਤੇ ਬਹੁਤ ਜ਼ਿਆਦਾ ਹੈ, ਲੇਕਿਨ ਕਲੀਸਿਆ ਜਿਹੜੀ ਹੈ ਨਾ, ਇਹਦਾ ਕਿਰਦਾਰ ਜਿਹੜਾ ਹੈ ਨਾ ਅੰਜੀਰ ਦੇ ਦਰਖਤ ਵਾਲਾ ਹੈ। ਵਾਹ, ਆਮੀਨ।
ਔਰ ਇਹਦੇ ਵਿੱਚ ਫਲ ਦੇਣ ਵਾਸਤੇ ਪਹਿਲਾ ਸਾਲ, ਦੂਸਰਾ ਸਾਲ, ਤੀਸਰਾ ਸਾਲ ਇਹ ਜ਼ਿਕਰ ਕੀਤਾ ਗਿਆ ਹੈ। ਇਹਦੇ ਵਿੱਚੋਂ ਮੈਂ ਜਿਹੜੀ ਪਹਿਲੇ ਸਾਲ ਨੂੰ ਨਾਮ ਦੇਣਾ ਉਹ ਬਚਪਨ ਦਾ ਜ਼ਮਾਨਾ। ਬਚਪਨ ਦਾ ਜ਼ਮਾਨਾ ਇਹ ਪਹਿਲਾ ਸਾਲ ਹੈ ਤੁਹਾਡਾ। ਠੀਕ ਹੈ। ਇਸ ਸਾਲ ਦੇ ਵਿੱਚ ਤੁਸੀਂ ਆਪਣੇ ਖੁਦਾ ਵਾਸਤੇ ਕੁਝ ਕਰ ਸਕਦੇ ਹੋ। ਅਗਰ ਨਾ ਕਰ ਸਕਦੇ ਹੋਵੋ ਤੇ ਫਿਰ ਤੇ ਖੁਦਾਵੰਦ ਆਵੇ ਹੀ ਨਾ। ਮਾਲਕ ਨੂੰ ਪਤਾ ਕਿ ਫਲ ਦੇਗਾ। ਪਹਿਲੇ ਸਾਲ ਫਲ ਦਿੱਤਾ ਜਾ ਸਕਦਾ ਹੈ। ਬਿਲਕੁਲ ਸਹੀ ਹੈ। ਅਸੀਂ ਆਪਣੇ ਬੱਚਿਆਂ ਨੂੰ ਵੇਖਦੇ ਹਾਂ ਕਿ ਛੋਟੇ ਬੱਚੇ ਜਿਹੜੇ ਨੇ ਉਹਨਾਂ ਦੀ ਜ਼ਿੰਦਗੀਆਂ ਤੋਂ ਖੁਦਾ ਦਾ ਕੰਮ ਹੋ ਜਾਂਦਾ ਹੈ। ਕਈ ਜਗ੍ਹਾ ਦੇ ਉੱਤੇ ਤੁਸੀਂ ਦੇਖਦੇ ਹੋ ਕਿ ਛੋਟੇ ਬੱਚੇ ਜਿਹੜੇ ਨੇ, ਬਾਈਬਲ 'ਚ ਇੱਕ ਬਿਆਨ ਆਇਆ ਹੈ ਕਿ ਖੁਦਾ ਨੇ ਬੱਚਿਆਂ ਤੇ ਸ਼ੀਰਖਾਰਾਂ ਦੇ ਮੂੰਹ ਤੋਂ, ਸ਼ੀਰਖਾਰ ਦੁੱਧ ਪੀਣ ਵਾਲੇ ਬੱਚੇ, ਉਹਨਾਂ ਦੇ ਮੂੰਹ ਤੋਂ ਆਪਣੀ ਹਮਦ ਨੂੰ ਕਾਮਿਲ ਕਰਵਾਇਆ। ਆਮੀਨ ਆਮੀਨ। ਇੱਕ ਛੋਟਾ ਬੱਚਾ ਜਿਹੜਾ ਦੁੱਧ ਪੀਣ ਵਾਲਾ ਹੈ ਜੀ ਉਹਦੇ ਤੋਂ ਆਪਣੀ ਹਮਦ ਨੂੰ ਖੁਦਾਵੰਦ ਕਾਮਿਲ ਕਰਵਾ ਰਿਹਾ। ਵਾਹ। ਛੋਟੇ ਬੱਚੇ ਪਹਿਲੇ ਸਾਲ 'ਚ ਕਰ ਸਕਦੇ ਨੇ, ਯਾਨੀ ਪਹਿਲੇ 12 ਸਾਲ ਜਿਹੜੇ ਨੇ ਉਹਨਾਂ ਦੇ ਵਿੱਚ ਆਪਣੇ ਖੁਦਾਵੰਦ ਵਾਸਤੇ ਕੁਝ ਨਾ ਕੁਝ ਕਰ ਸਕਦੇ ਨੇ। ਇੱਕ ਬੱਚੀ ਦਾ ਜ਼ਿਕਰ ਆਉਂਦਾ ਹੈ ਜਿਹੜੀ ਅਸੀਰ ਹੋ ਕੇ ਸ਼ਾਮ ਦੇ ਮੁਲਕ 'ਚ, ਆਰਾਮ ਲਿਖਿਆ ਬਾਈਬਲ 'ਚ, ਉਦੋਂ ਦਾ ਨਾਮ ਆਰਾਮ ਸੀ, ਅੱਜ ਕੱਲ੍ਹ ਸ਼ਾਮ ਹੈ। ਸ਼ਾਮ ਦੇ ਮੁਲਕ ਦੇ ਵਿੱਚ ਉਹ ਗਈ ਸੀ, ਇਸਰਾਈਲੀ ਲੜਕੀ ਅਸੀਰ ਹੋ ਕੇ ਕਿਸੇ ਫੌਜੀ ਅਫਸਰ ਦੇ ਘਰ। ਠੀਕ ਹੈ। ਉੱਥੇ ਕੰਮ ਸ਼ਾਮ ਕਰਦੀ ਹੁੰਦੀ ਸੀ। ਉਹਨੇ ਉੱਥੇ ਵੇਖਿਆ ਕਿ ਮੇਰਾ ਮਾਲਕ ਜਿਹੜਾ ਹੈ ਨਾ ਇਹ ਮਰਜ਼ 'ਚ ਮੁਬਤਲਾ ਹੈ, ਜਿਸ ਖੁਦਾ ਨੇ ਮਨਾ ਕੀਤਾ। ਕੋੜ ਦੀ ਬਿਮਾਰੀ ਲੱਗੀ ਹੈ ਤੇ ਸ਼ਰੀਅਤ ਵਿੱਚ ਮਨਾ ਕੀਤਾ ਗਿਆ ਸੀ ਕਿ ਕਦੀ ਵੀ ਕੋੜੀ ਬੰਦਾ ਘਰ ਨਾ ਰਵੇ। ਕੱਪੜੇ ਪਾਟੇ ਰਹਿਣ, ਵਾਲ ਖਿਲਰੇ ਰਹਿਣ, ਔਰ ਘਰ ਤੋਂ ਬਾਹਰ ਰਹਿ ਕੇ ਆਪਣੇ ਹੋਂਠ ਮੂੰਹ ਨੂੰ ਢੱਕ ਕੇ ਨਾ ਤੇ ਉਹ ਨਪਾਕ ਕਵੇ। ਜੇ ਕੋਈ ਦੂਰੋਂ ਉੱਚੀ ਬੋਲੇ, ਯਾਨੀ ਉਹ ਨਪਾਕ। ਇਸ ਬੱਚੀ ਨੇ ਵੇਖਿਆ, ਛੋਟੀ ਹੈ ਲੇਕਿਨ ਉਹਨੂੰ ਪਤਾ ਚੱਲ ਗਿਆ ਕਿ ਮੇਰਾ ਆਕਾ ਜਿਹੜਾ ਹੈ ਨਾ ਇਹ ਬਿਮਾਰੀ ਤੇ ਉਸ ਬਿਮਾਰੀ 'ਚ ਮੁਬਤਲਾ ਹੈ ਜਿਹਦੇ 'ਚ ਘਰ ਰਹਿਣਾ ਤੇ ਹੈ ਹੀ ਨਹੀਂਗਾ। ਸਹੀ ਗੱਲ ਹੈ। ਲੇਕਿਨ ਉਹਦੇ ਕੋਲ ਹੁਣ ਵੇਖੋ, ਕਦੀ ਕਦੀ ਬੰਦਾ ਸੋਚਦਾ ਜੀ ਮੈਨੂੰ ਮੌਕਾ ਹੀ ਨਹੀਂ ਮਿਲਦਾ, ਮੈਨੂੰ ਤੇ ਭਾਈ ਸਾਹਿਬ ਗਾਏ ਨਹੀਂ ਨਾ ਹੋਣ ਦਿੰਦੇ। ਨਹੀਂ ਹੋਣ ਦਿੰਦੇ। ਮੈਨੂੰ ਜਨਾਬ ਸਟੇਜ ਤੇ ਹੋਣ ਨਹੀਂ ਦਿੰਦੇ। ਆਪ ਹੀ ਮੈਕ ਫੜ ਕੇ ਜਨਾਬ ਗੱਲਾਂ ਸਾਰੀਆਂ ਮੈਕ ਦੇ ਵਿੱਚ ਸਾਰੀਆਂ ਗੱਲਾਂ ਆਪ ਕਰਦੇ ਨੇ, ਮੇਰੇ ਕੋਲ ਕੁਝ ਵੀ ਨਹੀਂ ਕਰਾਉਂਦੇ ਪਏ। ਅਗਰ ਮੈਨੂੰ ਵਾਰੀ ਦੇਣ ਤਾਂ ਵੇਖੋ ਮੈਂ ਜਨਾਬ कैसा काम करना। यानी इस तरह लोग कभी कभी सोच रहे हैं, लेकिन बाइबल च ਅਸੀਂ ਦੇਖਨੇ ਆ ਕਿ ਜਿੰਨਾ ਕੁ ਤੁਹਾਨੂੰ ਦਿੱਤਾ ਗਿਆ ਨਾ ਕੰਮ, ਤੁਸੀਂ ਉਹਨਾਂ ਕੰਮ ਕਰ ਵਿਖਾਓ। ਅਗਰ ਤੁਸੀਂ ਛੋਟੇ ਕੰਮ 'ਚ ਧਿਆਨਦਾਰ ਹੋਗੇ ਤੇ ਤੁਹਾਨੂੰ ਵੱਡਾ ਵੀ ਦੇ ਦਿੱਤਾ ਜਾਏਗਾ, ਖੁਦਾਵੰਦ ਦੇਗਾ, ਵੱਡੇ 'ਚ ਵੀ ਹੋ ਜਾਏਗਾ ਨਾ ਕੰਮ। ਬਿਲਕੁਲ ਹੋਏਗਾ। ਉਸ ਬੱਚੀ ਨੇ ਕੋਈ ਉੱਥੇ ਲੈਕਚਰ ਕੀਤਾ ਜਾਂ ਹਵਾਲੇ ਪੜ੍ਹੇ ਨੇ ਜਾਂ ਜਨਾਬ ਉਹਨੇ ਆਖਿਆ ਜੀ ਪਹਿਲਾਂ ਸਪੀਕਰ ਲਿਆਓ ਤੇ ਫਿਰ ਮੈਂ ਗੱਲ ਕਰਾਂਗੀ, ਬੰਦੇ ਇਕੱਠੇ ਕਰੋ ਫਿਰ ਮੈਂ। ਨਹੀਂ, ਕੁਝ ਵੀ ਨਹੀਂ। ਉਹ ਤੇ ਭਾਂਡੇ ਮਾਂਜਣ ਵਾਲੀ ਕੁੜੀ ਘਰ ਸਹੀ ਗੱਲ ਹੈ ਅਸੀਰ ਹੋਈ ਸੀ। ਉਹਨੇ ਉੱਥੇ ਗੱਲ ਕੀਤੀ, ਉਹਨੇ ਕਿਹਾ ਕਿ ਮੇਰਾ ਆਕਾ ਇਸਰਾਈਲ 'ਚ ਹੁੰਦਾ ਨਾ, ਅਗਰ ਮੇਰਾ ਆਕਾ ਇਸਰਾਈਲ 'ਚ ਹੁੰਦਾ ਨਾ, ਉੱਥੇ ਇੱਕ ਨਬੀ ਹੈ ਜਿਹੜਾ ਕੋੜ ਦੀ ਬਿਮਾਰੀ ਤੋਂ ਚੰਗਾ ਕਰ ਦਿੰਦਾ ਹੈ। ਯਾਨੀ ਇਹ ਛੋਟਾ ਜਿਹਾ ਪੈਗਾਮ ਉਸ ਬੱਚੀ ਨੇ ਦਿੱਤਾ ਹੈ ਤੇ ਵੱਡਾ ਸਾਰਾ ਬੰਦਾ ਤਬਦੀਲ ਹੋ ਗਿਆ। ਵਾਓ, ਹਾਲੇਲੂਇਆ। ਔਰ ਤਬਦੀਲ ਇੰਜ ਹੋਇਆ ਕਿ ਉਹਦਾ ਕੋੜ ਜਾਂਦਾ ਰਿਹਾ, ਉਹਨੂੰ ਆਖੇ ਲੱਗਣਾ ਪਿਆ ਹੈ। ਨਬੀ ਨੇ ਆਖਿਆ ਕਿ ਗੋਤੇ ਮਾਰਨੇ ਪੈਣਗੇ। ਅੱਜ ਕੱਲ੍ਹ ਨਾ ਗੋਤੇ ਤੋਂ ਬੜੇ ਚਾਲੂ ਨੇ ਲੋਕੀ। ਕਿਸੇ ਨੂੰ ਕੋਈ ਕਵੇ ਨਾ ਕਿ ਤੂੰ ਮਸਲੇ ਤੋਂ ਨਿਜਾਤ ਪਾਉਣ ਵਾਸਤੇ ਗੋਤਾ, ਉਹ ਕਹੇਗਾ ਨਾ ਗੋਤਾ ਮੈਂ ਨਹੀਂ ਲੈਣਾ, ਮੈਂ ਗੋਤਾ ਨਹੀਂ ਜੇ ਲੈਣਾ। ਉਹ ਜਰਨਲ ਵੀ ਕਹਿਣ ਡਿਆ ਸੀ ਮੈਂ ਨਹੀਂ ਗੋਤਾ ਲੈਣਾ, ਮੈਂ ਨਹੀਂ ਲੈਣਾ। ਉਹਨੇ ਕਿਹਾ ਤੈਨੂੰ 7 ਵਾਰਾਂ ਗੋਤਾ ਲੈਣਾ ਪੈਣਾ ਹੈ, ਤੇਰੀ ਬਿਮਾਰੀ ਚੁੱਕੇ ਪੱਕੀ ਹੋ ਗਈ ਹੈ, ਇਸ ਲਈ ਇਹਦੇ ਵਾਸਤੇ ਗੋਤੇ 7 ਵੱਜਣੇ ਨੇ। 7 ਲੈਣੇ ਪੈਣਗੇ, 7 ਗੋਤੇ ਮਾਰਨੇ ਨੇ, ਫੇਰ ਠੀਕ ਹੋਏਗਾ। ਬਾਹਰੋਂ ਜਾ ਰਿਹਾ ਗੁੱਸੇ ਦੇ ਨਾਲ, ਨੌਕਰ ਜਿਹੜੇ ਨਾਲ ਸਨ ਉਹਨਾਂ ਨੇ ਕਿਹਾ ਕਿ ਆਕਾ ਅਗਰ ਉਹ ਵੱਡਾ ਕੰਮ ਕਰ ਲਏ ਨਬੀਆਂ ਦਾ ਤਾਂ ਉਹ ਤੇ ਹੀ ਕਰ ਲੈਣਾ ਸੀ। ਸਹੀ ਗੱਲ ਹੈ। ਜਦੋਂ ਕੰਮ ਹੀ ਸੌਖਾ ਹੈ ਪਈ ਤੇ ਗੋਤੇ ਮਾਰਨੇ ਨੇ ਦਰਿਆਈ ਅਰਦਨ 'ਚ, ਠੀਕ ਹੋ ਜਾ। ਉਹਨੇ ਜਨਾਬ ਆਖੇ ਲੱਗਾ, ਗੋਤੇ ਮਾਰੇ ਨਬੀ ਦੇ ਕਹਿਣ ਤੇ, ਉਹਦਾ ਬਦਨ ਸਾਫ਼ ਹੋ ਗਿਆ। ਪਰ ਬਾਈਬਲ 'ਚ ਲਿਖਿਆ ਕਿ ਉਹ ਗਿਆ, ਉਹਦੇ ਕੋਲ ਨਾ ਚੰਦਾ ਸੀ ਬੜਾ ਸਾਰਾ। ਉਹ ਬੜਾ 300 ਕਿਲੋਗ੍ਰਾਮ ਚਾਂਦੀ ਲੈ ਕੇ ਆਇਆ। ਬੜੀ ਮਾਲਦਾਰ ਪਾਰਟੀ ਸੀ ਭਾਈ, ਬੜੀ ਜਨਰਲ ਸੀ ਨਾ ਆਰਮੀ ਦਾ। ਔਰ ਇਸਰਾਈਲ ਦੇ ਉੱਤੇ ਉਹਨਾਂ ਨੇ ਨਾ ਕਬਜ਼ਾ ਕੀਤੀ ਰੱਖਿਆ। ਔਰ ਬੜਾ ਉਹਨੂੰ ਇਹ ਸੀ ਕਿ ਮੈਂ ਜਾਣਾ ਹੈ ਤੇ ਇਸ ਤਰ੍ਹਾਂ ਹੋ ਜਾਏਗਾ, ਇਸ ਤਰ੍ਹਾਂ। ਅਸਲ 'ਚ ਗੁੱਸਾ ਉਹਨੂੰ ਇਹ ਸੀ ਕਿ ਉਹ ਸਮਝਿਆ ਸੀ ਕਿ ਨਬੀ ਬਾਹਰ ਨਿਕਲੇਗਾ ਮੇਰੇ ਤੇ ਜੀ ਕੋੜ ਵਾਲੇ ਥਾਂ ਦੇ ਨਾ ਹੱਥ-ਸ਼ੱਤ ਮਾਰੇਗਾ ਤੇ ਮੈਨੂੰ ਚੰਗਾ ਕਰੇਗਾ। ਕਦੀ ਕਦੀ ਸਾਡੇ ਲੋਕਾਂ ਦਾ
ਈਮਾਨ ਜਿਹੜਾ ਹੈ ਨਾ ਇਸ ਉਹੀ ਕਹਿੰਦੇ ਜੀ ਭਾਈ ਸਾਹਿਬ ਹੱਥ ਰੱਖਣਗੇ ਤੇ ਹੱਥ ਕੰਮ ਹੈ। ਰੱਖਣਗੇ ਤੇ ਫੇਰ ਹੋਣਾ ਹੈ ਜੀ। ਤੇ ਫੇਰ ਚੌਖੀ ਦੁਆ ਕਰਨ ਤੇ ਫੇਰ ਕਈ ਦਫਾ ਨਾ ਲੋਕੀ ਕਹਿੰਦੇ ਨੇ ਹਾਂ ਭਾਈ ਸਾਹਿਬ ਇਹ ਬੜਾ ਕਹਿੰਦੇ ਜੇ। ਕਹਿੰਦੇ ਨੇ ਮੈਂ ਸਾਡੇ ਇੱਥੇ ਨਾ ਚਰਚ ਦੀ ਇੱਕ ਭੈਣ, ਮੈਂ ਤੁਹਾਨੂੰ ਅੱਗੇ ਵੀ ਸੁਣਾਇਆ ਸੀ, ਨਾਸਰ ਕਲੋਨੀ ਚ ਨਾ ਉਹ ਭੈਣ ਅੰਨੀ ਹੋ ਗਈ। ਹਾਂ ਅੰਨੀ ਹੋ ਗਈ, ਉਹਦੀ ਰੋਸ਼ਨੀ ਖਤਮ ਹੋ ਗਈ। ਮੇਰੇ ਚਰਚ ਦੀ ਉਹੀ ਭੈਣ ਹੈ, ਹਾਲੇ ਵੀ ਹੈਗੀ ਏ। ਤੇ ਉਹ ਠੀਕ ਹੋ ਗਈ, ਸਾਡੇ ਘਰ ਆਈ, ਉਹਦਾ ਮੀਆਂ ਉਹਨੂੰ ਪਕੜ ਕੇ ਲਿਆਇਆ ਤੇ ਉਹਦੇ ਲਈ ਦੁਆ ਕੀਤੀ, ਉਹ ਠੀਕ ਹੋ ਗਈ। ਅੱਖਾਂ ਦੁਆ ਦੇ ਨਾਲ ਹੀ ਉਹਦੀ ਖੁੱਲ ਗਈਆਂ। ਮੈਂ ਹੱਥ ਵੀ ਨਹੀਂ ਰੱਖਦਾ ਇਹਨਾਂ ਜ਼ਿਆਦਾ, ਵੈਸੇ ਮੈਂ ਦੂਰੋਂ ਦੁਆ ਚਰਚ ਚ ਕਰਨਾ, ਦੁਆ ਕਰ ਦਿੱਤੀ, ਅੰਨੀ ਠੀਕ ਹੋ ਗਈ ਏ, ਖੁਸ਼ ਹੋ ਗਈ, ਵੇਖਣਾ ਸ਼ੁਰੂ ਹੋ ਗਈ। ਜੀ ਜੀ ਉਸੇ ਟਾਈਮ ਅੱਖਾਂ ਖੁੱਲ ਗਈਆਂ ਨਾ। ਹਾਲੇਲੂਇਆ, ਇਹ ਬੜਾ ਵੱਡਾ ਮੌਜਜ਼ਾ ਹੋਇਆ, ਬਹੁਤ ਵੱਡਾ ਮੌਜਜ਼ਾ, ਜਲਾਲੀ ਮੌਜਜ਼ਾ ਹੈ। ਜਲਾਲੀ ਪੇ ਇੱਕ ਬੰਦੇ ਨੂੰ ਮਤਲਬ ਪਕੜ ਕੇ ਲੈ ਕੇ ਆ ਰਿਹਾ ਬੰਦਾ, ਆਪ ਹੀ ਟੁਰ ਗਿਆ, ਜਿਸ ਵਕਤ ਆਪ ਹੀ ਜਾਣ ਨੂੰ ਤਿਆਰ ਹੋ ਗਈ ਹੈ। ਸੰਡੇ ਨੂੰ ਗਿਰਜੇ ਆਈ ਹੈ, ਯਿਸੂ ਤੇਰੀ ਸ਼ਾਨ ਹੈ। ਵਾਹ, ਗਿਰਜੇ ਆਈ ਹੈ ਤੇ ਆ ਕੇ ਤੇ ਕਹਿੰਦੀ ਪਾਸੇ ਮੈਂ ਗਵਾਹੀ ਸੁਣਾਣੀ, ਕਿਉਂਕਿ ਖੁਦਾਵੰਦ ਨੇ ਮੈਨੂੰ ਨਾ ਅੱਖਾਂ ਦਿੱਤੀਆਂ ਨੇ, ਨਵੀਆਂ ਅੱਖਾਂ ਦਿੱਤੀਆਂ ਨੇ, ਇਸ ਲਈ ਮੈਂ ਗਵਾਹੀ ਸੁਣਾਣੀ। ਮੈਂ ਕਿਹਾ ਸੁਣਾਓ ਬਾਜੀ। ਤੇ ਉਹਨੂੰ ਮਾਈਕ ਲੈ ਲਿਆ ਤੇ ਗਵਾਹੀ ਸੁਣਾਉਣ ਡਈ ਏ। ਭੈਣੋ ਭਾਈਓ, ਮੈਂ ਅੰਨੀ ਸਾਂ ਤੇ ਮੈਂ ਭਾਈ ਸਾਹਿਬ ਨੇ ਦੁਆ ਕੀਤੀ, ਮੈਂ ਅੱਖਾਂ ਖੁੱਲ ਗਈਆਂ ਨੇ, ਮੈਂ ਠੀਕ ਹੋ ਗਈ ਹਾਂ ਔਰ ਖੁਸ਼। ਤੇ ਮੈਨੂੰ ਕਹਿੰਦੀ ਭਾਈ ਸਾਹਿਬ ਮੈਂ ਇੱਕ ਹੋਰ ਗੱਲ ਵੀ ਕਰਨੀ ਹੈ। ਅੱਛਾ ਜੀ। ਮੈਂ ਕਿਹਾ ਜੀ ਉਹ ਵੀ ਬਾਜੀ ਕਰੋ, ਮਾਈਕ ਤੁਹਾਡੇ ਕੋਲ ਕਰ ਲਓ ਜੀ, ਵਾਰੀ ਤੁਹਾਨੂੰ ਦਿੱਤੀ ਹੈ, ਤੁਸੀਂ ਕਰ ਲਓ ਗੱਲ। ਤੇ ਉਹ ਕਹਿੰਦੀ ਹੈ ਜੀ ਭੈਣੋ ਭਾਈਓ, ਭਾਈ ਸਾਹਿਬ ਦੁਆ ਚਲਾਵੀਂ ਜੀ ਕਰਦੇ ਨੇ, ਲੇਕਿਨ ਚਲਾਵੀ ਨਾਲ ਵੀ ਨਾ ਅੰਨੇ ਬੰਦੇ ਦੀਆਂ ਅੱਖਾਂ ਖੁੱਲ ਜਾਂਦੀਆਂ ਨੇ। ਐਵੇਂ ਚਲਾਵੀਂ ਦਵਾਈ, ਚਲਾਵੀਂ ਦੁਆ। ਚਲਾਵੀਂ ਉਹਦਾ ਮਤਲਬ ਸੀ ਕਿ ਮੈਂ ਨਹੀਂ ਸਾਂ ਮੈਨੂੰ ਫੜਦੇ ਝੂਣਦੇ, ਮੈਂ ਪਿਛਾਂ ਨੂੰ ਡਿੱਗਦੀ ਫਿਰਦੇ ਨਾ ਬਹਿੰਜ ਹੁੰਦਾ, ਜਿਹਨੇ ਲੋਕਾਂ ਨੇ ਨਾ ਆਪਣੇ ਤੌਰ ਨਾਲ ਕੁਝ ਬਣਾਏ ਨੇ। ਲੇਕਿਨ ਉਹਨੇ ਬੀਬੀ ਨੇ ਕਿਹਾ ਜੀ ਚਲਾਵੀਂ ਦਵਾ ਨਹੀਂ ਕੰਮ ਹੋ ਗਿਆ। ਛੋਟੀ ਜਿਹੀ ਦਵਾ। ਮੈਂ ਲੋਕਾਂ ਨੂੰ ਸਮਝਾਣਾ ਵੀ ਭਾਈ ਅਗਰ ਬਿਜਲੀ ਠੀਕ ਹੈ, ਪੱਖਾ ਵੀ ਠੀਕ ਹੈ, ਤੇ ਸੁੱਚ ਕਿੰਨੀ ਵਾਰੀ ਨੱਪਣਾ ਪਏਗਾ। ਕਿ ਜ਼ੋਰ ਜ਼ੋਰ ਨਾਲ ਨੱਪਣਾ ਪਏਗਾ ਜੀ, ਇਹ ਪੱਖਾ ਚਲਾਣਾ, ਚੱਲ ਜਾ ਚੱਲ ਜਾ ਚੱਲ ਜਾ, ਇਸ ਤਰ੍ਹਾਂ ਤੇ ਨਹੀਂ ਕਰਨਾ। ਨਹੀਂ, ਉਹ ਤੇ ਪੱਖਾ ਜ਼ਰਾ ਸਾ ਟੱਚ ਕਰੋਗੇ ਤੁਸੀਂ, ਪੱਖਾ ਅਗਰ ਬਿਜਲੀ ਕਨੈਕਸ਼ਨ ਠੀਕ ਹੈ ਕਨੈਕਸ਼ਨ, ਤੇ ਬਿਜਲੀ ਵੀ ਪਿੱਛੋਂ ਪੋਲਾ ਜਿਹਾ ਵੀ ਦਬਾਓਗੇ, ਠੀਕ ਹੈ, ਪੋਟੇ ਨਾਲ ਦਬਾਓ, ਭਾਵੇਂ ਤੁਹਾਡਾ ਕਾਕਾ ਦਬਾ ਦੇ। ਆਹੋ, ਕਾਕੇ ਦਬਾਉਂਦੇ ਨੇ। ਅਗਰ ਰਾਬਤਾ ਤੁਹਾਡਾ ਖੁਦਾ ਦੇ ਨਾਲ ਹੈ ਤੇ ਫਿਰ ਜ਼ੋਰ ਥੋੜੀ ਲਾਣਾ ਪੈਂਦਾ। ਨਹੀਂ, ਵਾਹ, ਹਾਲੇਲੂਇਆ। ਨਬੀ ਨੇ ਹੱਥ ਉੱਤੇ ਨਹੀਂ ਉਹਨੂੰ ਫੇਰਿਆ, ਨਹੀਂ, ਉਹਨੇ ਕਿਹਾ ਗੋਤੇ ਮਾਰ ਤੇ ਚੰਗਾ ਹੋ ਜਾ ਬਸ। ਅੱਜ ਹੁਣ ਸਾਡੇ ਲੋਕਾਂ ਨੂੰ ਕਈ ਦਫਾ ਕਹੀਏ ਨਾ ਕਿ ਇਹ ਕੰਮ ਕਰ ਲੈ, ਤੋਬਾ ਕਰ ਲੈ ਸੱਚੀ, ਉਹ ਆਂਦੇ ਨੇ ਤੋਬਾ ਮੈਂ ਨਹੀਂ ਕਰਨੀ, ਇਹ ਗੋਤਾ ਮੈਂ ਨਹੀਂ ਲੈਣਾ। ਮੈਂ ਆਪਣੇ ਅੱਬਾ ਦੇ ਨਾਲ ਕਿਸੇ ਗੋਂ ਚ ਨਾ ਛੋਟਾ ਜਿਹਾ ਮੈਂ ਨਾਲ ਹੁੰਦਾ ਸਾਂ, ਤੋ ਭੈਣ ਨੂੰ ਕਹਿ ਰਹੇ ਨੇ ਅੱਬਾ ਕਿ ਬਾਜੀ ਹੁਣ ਤੁਸੀਂ ਤੋਬਾ ਕਰ ਲਓ ਸੱਚੀ, ਮਸੀਹ ਨੂੰ ਆਪਣਾ ਦਿਲ ਦੇ ਦਿਓ। ਕਹਿੰਦੀ ਭਾਈ ਸਾਹਿਬ ਜੀ ਮੈਂ ਬਾਹਰ ਅੰਦਰ ਜਾਂਦੀ ਨਹੀਂ, ਮੈਂ ਤੇ ਤੋਬਾ ਹੀ ਤੋਬਾ ਮੇਰੀ, ਤੋਬਾ ਮੈਂ ਤਾਂ ਘਰ ਹੀ ਹੁੰਨੀ ਆ। ਉਹ ਕਹਿਣ ਲੱਗੇ ਘਰ ਵੀ ਹੋਵੋ ਤੇ ਤੋਬਾ ਤੇ ਕਰਨੀ ਪੈਂਦੀ ਨਾ। ਦਾਊਦ ਨੇ ਕਿਹਾ ਹੈ ਮੈਂ ਵੀ ਪੈਦਾ ਹੋਇਆ ਵੇਖੋ ਵਿੱਚ ਬਰਿਆਈ, ਮੈਨੂੰ ਵਿੱਚ ਗੁਨਾਹ ਦੇ ਜੰਮਿਆ ਮੇਰੀ ਮਾਈ। ਤੂੰ ਕਹਿਣ ਲੱਗੀ ਚਲੋ ਫਿਰ ਪਾਸਾ ਜੀ ਮੈਂ ਤੋਬਾ ਕਰ ਲਾਂਗੀ ਤੁਹਾਡੇ ਕਹਿਣ ਤੇ, ਪਰ ਮੈਨੂੰ ਇਹਨਾਂ ਚੂਚੇ ਜ਼ਰਾ ਵੱਡੇ ਹੋ ਲੈਣ ਦਿਓ। ਅੱਛਾ, ਮੈਂ ਚੂਚੇ ਕਢਾਏ ਨੇ, ਠੀਕ ਹੈ। ਤੇ ਉਹ ਕਹਿਣ ਲੱਗੀ ਵੀ ਤੋਬਾ ਦਾ ਚੂਚੇ ਨਾਲ ਕੀ ਤਾਲੁਕ ਮੈਚ ਰਲਾਇਆ। ਕਹਿਣ ਲੱਗੀ ਨਹੀਂ ਇਹਨਾਂ ਨੇ ਭੱਜ ਵਿਹੜੇ ਚ ਆਉਣਾ ਤੇ ਮੈਂ ਇਹਨਾਂ ਨੂੰ ਗਾਲ ਪਕੜ ਕੱਢਣੀ। ਤੇ ਚੂਚੇ ਵੱਡੇ ਹੋ ਗਏ ਤੇ ਫਿਰ ਬੰਦੇ ਨੂੰ ਪਤਾ ਵੀ ਚੂਚੇ ਵੱਡੇ ਹੋਣਗੇ ਤੇ ਤੋਬਾ ਕਰਨੀ, ਚੂਚੇ ਵੱਡੇ ਹੋਣ ਤੱਕ ਰਹਿਣਾ ਵੀ ਨਹੀਂ। ਸਹੀ ਗੱਲ ਹੈ ਬਾਈ, ਇਹ ਸਾਲ ਜਿਹੜਾ ਆਇਆ ਹੈ ਇਹ ਚੂਚੇ ਵੱਡੇ ਕਰਨ ਵਾਲਾ ਨਹੀਂ। ਵਾਹ, ਇਹਦੇ ਵਿੱਚ ਇਹ ਵੇਖ ਕੇ ਦਿਲ ਦਾ ਦਰਵਾਜ਼ਾ ਖੋਲੋ ਮਸੀਹ ਵਾਸਤੇ। ਹਾਲੇਲੂਇਆ। ਮਸੀਹ ਨੂੰ ਆਖੋ ਵੀ ਪਹਿਲਾ ਸਾਲ ਜਿੰਜ ਦੇ ਗੁਜ਼ਰ ਗਏ ਨੇ ਮਾੜੇ ਚੰਗੇ ਤੂੰ ਮਾਫ ਕਰ ਦਿੱਤਾ ਹੈ, ਨਵਾਂ ਸਾਲ 2021 ਸਾਨੂੰ ਦੇ ਦਿੱਤਾ ਹੈ। ਇਸ ਸਾਲ ਦੇ ਵਿੱਚ ਜਿੰਨਾ ਕੰਮ ਮੈਨੂੰ ਤੂੰ ਆਖੇਂਗਾ ਮੈਂ ਉਹ ਕਰਦਾ ਰਵਾਂਗਾ। ਜਿਵੇਂ ਉਹ ਬੱਚੀ ਨੇ ਕੀਤਾ ਨਾ, ਜੀ, ਉਸ ਬੱਚੀ ਨੇ ਮੈਸੇਜ ਦਿੱਤਾ ਤੇ ਨਤੀਜਾ ਇਹ ਨਿਕਲਿਆ ਕਿ ਉਹ ਬੰਦਾ ਕਹਿਣ ਡਿਆ ਹੁਣ ਮੈਂ ਜਾਣ ਗਿਆ ਕਿ ਇਸਰਾਈਲ ਨੂੰ ਛੱਡ ਕੇ ਰੂਏ ਜ਼ਮੀਨ ਤੇ ਕੋਈ ਖੁਦਾ ਨਹੀਂ। ਹਾਲੇਲੂਇਆ। ਔਰ ਮੇਰਾ ਘੁਟਨਾ ਜਿਹੜਾ ਨਾ ਹੁਣ ਇਸ ਮਜ਼ਬਾ ਤੇ ਜਿਹੜਾ ਇਸਰਾਈਲ ਦਾ ਖੁਦਾ ਹੈ ਉਹਦੇ ਸਾਹਮਣੇ ਮੇਰਾ ਘੁਟਨਾ ਹੁਣ ਝੁਕੇ ਕਰੇਗਾ। ਮੈਂ ਮੰਦਰਾਂ 'ਚ ਨਹੀਂ ਜਾਣਾ ਕਰਨਾ, ਮੈਂ ਨਹੀਂ ਹੁਣ ਜਾਣਾ ਕਰਨਾ। ਕੈਸੀ ਬਹੁਤ ਬੜੀ ਗੱਲ, ਵੱਡੀ ਗਵਾਹੀ ਹੈ, ਬਹੁਤ ਬੜੀ ਗੱਲ ਹੈ ਨਾ, ਬਹੁਤ ਵੱਡੀ ਗੱਲ ਹੈ। ਔਰ ਦੂਸਰਾ ਸਾਲ ਜਵਾਨੀ ਦਾ ਦੌਰ। ਹੁਣ ਜਵਾਨੀ ਦੇ ਵਿੱਚ ਨਾ ਦਰਖਤ ਹੋਰ ਵੱਡਾ ਹੋ ਜਾਂਦਾ, ਡਾਣੀਆਂ ਵੱਡੀਆਂ ਹੋ ਜਾਂਦੀਆਂ ਨੇ। ਜਦੋਂ ਬੰਦਾ ਜਵਾਨ ਹੋ ਜਾਂਦਾ ਤੇ ਫਿਰ ਉਹਦਾ ਖਿਲਾਰਪਨ ਬਹੁਤ ਹੋ ਜਾਂਦਾ ਹੈ ਨਾ, ਤਲੁਕਾਤ, ਉਹਦੇ ਕੰਟੈਕਟ ਬਹੁਤ ਹੋ ਜਾਂਦੇ ਨੇ, ਤਲਕ ਵਾਸਤਾ ਬਹੁਤ ਮਸਰੂਫੀਅਤ ਵੱਧ ਜਾਂਦੀ ਹੈ, ਫਿਰ ਉਹ ਜ਼ਿਆਦਾਤਰ ਜਿਹੜਾ ਨਾ ਦੂਜੇ ਕੰਮਾਂ 'ਚ ਉਲਝਿਆ ਰਹਿੰਦਾ ਹੈ। ਜੀ ਭਾਈ ਸਾਹਿਬ, ਇੱਕ ਬ੍ਰੇਕ ਸਾਨੂੰ ਇੱਥੇ ਲੈਣੀ ਹੈ। ਇਹ ਚੂੰਕਿ ਨਵੇਂ ਸਾਲ ਦਾ ਬੜਾ ਖਾਸ ਪ੍ਰੋਗਰਾਮ ਹੈ ਤੇ ਮੈਂ ਚਾਹੁੰਦਾ ਅਸੀਂ ਹੋਰ ਇੱਕ ਛੋਟੀ ਜਿਹੀ ਬ੍ਰੇਕ ਲਈਏ ਔਰ ਤੋਂ ਬਾਅਦ ਬ੍ਰੇਕ ਤੋਂ ਬਾਅਦ ਫੌਰਨ ਅਸੀਂ ਆਵਾਂਗੇ ਤੇ ਜਵਾਨੀ ਦੇ ਬਾਅਦ ਅਸੀਂ ਜਿਹੜੇ ਜ਼ਿੰਦਗੀ ਦੇ ਹੋਰ ਮਰਾਹਿਲ ਨੇ ਉਹਨਾਂ ਦੇ ਬਾਰੇ 'ਚ ਗੱਲ ਕਰਾਂਗੇ। ਗਵਾਹੀ ਟੀਵੀ ਵੇਖਦੇ ਰਹੋ, ਬਹੁਤ ਛੋਟੀ ਜਿਹੀ ਬ੍ਰੇਕ ਦੇ ਬਾਅਦ ਮਿਲਦੇ ਹਾਂ।
ਵੈਲਕਮ ਬੈਕ ਨਾਜ਼ਰੀਨ, ਮੈਂ ਸ਼ੁਕਰਗੁਜ਼ਾਰ ਹਾਂ ਕਿ ਅੱਜ ਨਵੇਂ ਸਾਲ ਦੇ ਕਲਾਮ ਦੀਆਂ ਬੜੀਆਂ ਖੂਬਸੂਰਤ ਗੱਲਾਂ ਅਸੀਂ ਖੁਦਾ ਦੇ ਕਲਾਮ ਚੋਂ ਸਿੱਖ ਰਹੇ ਹਾਂ। ਭਾਈ ਸਾਹਿਬ, ਤੇ ਜਦੋਂ ਬੰਦਾ ਜਵਾਨ ਹੁੰਦਾ ਹੈ ਜੀ ਤੇ ਕੰਮ ਖਿਲਰ ਜਾਂਦਾ ਹੈ, ਉਹਦੇ ਤਾਲੁਕਾਤ ਵੀ ਵੱਧ ਜਾਂਦੇ ਨੇ ਨਾ, ਤੇ ਕੰਮਾਂ 'ਚ ਅੱਜ ਕੱਲ ਤੇ ਫੋਨ ਜਿਹੜਾ ਇਹਨੇ ਬਹੁਤ ਸਾਰਾ ਕੰਮ ਜਿਹੜਾ ਇਹ ਬਹੁਤ ਸਾਰਾ ਤਲਕ ਵਧਾਤਾ ਹੈ। ਇੰਨੇ ਰਾਬਤੇ ਨੇ, ਇੰਨੀ ਗੱਲ ਜਵਾਬ ਦੇਣਾ ਹੈ, ਬਲਕਿ ਸਵੇਰੇ ਉੱਠਦੇ ਸਾਰ ਪਹਿਲਾ ਕੰਮ ਲੋਕੀ ਫੋਨ ਹੀ ਵੇਂਦੇ ਨੇ। ਪਹਿਲਾ ਕੰਮ ਫੋਨ ਤੇ ਚਲਾ ਗਿਆ, ਵੇਖਦੇ ਨੇ ਜਵਾਨ ਜਿਹੜੇ ਨੂੰ ਉਹਦੇ ਬਹੁਤ ਅਪਰੋਚ ਬਹੁਤ ਹੋ ਗਈ ਨਾ। ਮੈਂ ਭਾਈ ਸਾਹਿਬ ਪਿਛਲੇ ਦਿਨਾਂ 'ਚ ਨਾ ਇੱਕ ਇਲਾਕੇ 'ਚ ਗਿਆ ਕਿਸੇ ਦੀ ਦੁਆ ਕਰਨ। ਉਹਨਾਂ ਮੈਨੂੰ ਕਿਹਾ ਕਿ ਇਹ ਗਲੀ ਛੱਡ ਕੇ ਪਿਛਲੀ ਗਲੀ 'ਚ ਭਾਈ ਸਾਹਿਬ ਇੱਕ ਮੁੰਡੇ ਨੇ ਖੁਦਕੁਸ਼ੀ ਕਰ ਲਈ ਹੈ। ਓਏ, ਉਮਰ ਉਹਦੀ ਸੀ 18-19 ਸਾਲ। ਅੱਛਾ ਜੀ। ਤੇ ਅੱਬੇ ਨੇ ਉਹਨੂੰ ਕਿਹਾ ਕਿ ਫੋਨ ਜਿਹੜਾ ਤੇਰੇ ਕੋਲ ਹੋਵੇ ਮੈਨੂੰ ਦੇ ਦੇ। ਅੱਛਾ ਜੀ। ਕਿਉਂਕਿ ਇਸ ਫੋਨ ਤੇ ਤੂੰ ਫਿਲਮਾਂ ਵੇਖਦਾ ਔਰ ਗੱਲਾਂ ਕਰਦਾ ਰਹਿੰਦਾ, ਐਵੇਂ ਕੋਈ ਕੰਮ ਕਾਜ ਕੋਈ ਪੜ੍ਹਾਈ ਨਹੀਂ ਕਰਦਾ। ਉਹ ਜਵਾਨ ਜਿਹੜਾ ਸੀ ਉਹਨਾਂ ਮੈਨੂੰ ਦੱਸਿਆ ਕਿ ਉਹ ਜਨਾਬ ਐਡਾ ਗੁੱਸੇ 'ਚ ਆ ਗਿਆ, ਤੈਸ਼ 'ਚ ਆ ਗਿਆ। ਰਾਤੀ ਇੱਕੋ ਹੀ ਕਮਰੇ 'ਚ ਸੁੱਤੇ ਸਨ, ਮਾਂ ਥੱਲੇ ਸੁੱਤੀ ਹੈ ਤੇ ਮੁੰਡਾ ਨਾਲ ਮੰਜੀ 'ਤੇ ਸੁੱਤਾ ਹੈ। ਉਹਨੇ ਜਨਾਬ ਇੰਨਾ ਗੁੱਸੇ 'ਚ ਆ ਗਿਆ ਕਿ ਉਹਨੇ ਜਨਾਬ ਫਾਹ ਲੈ ਲਿਆ ਔਰ ਉਸੇ ਟਾਈਮ ਉਹ ਇਹ ਤੋਹਫਾ ਹੈ ਜੇ ਉਹਨੇ ਕਿਹਾ ਜੀ ਖੋਇਆ ਕਿਉਂ ਇਹ ਫੋਨ? ਮੈਨੂੰ ਤੁਸੀਂ ਡਿਸਕਨੈਕਟ ਕਰ ਛੜਿਆ ਮੇਰੇ ਯਾਰਾਂ ਦੋਸਤਾਂ ਦੇ ਨਾਲ। ਯਾਰਾਂ ਖਲਾਰ ਬਲਾਰ ਬਹੁਤ ਹੋ ਗਿਆ। ਤੁਹਾਡੇ ਵਾਲੀ ਗੱਲ ਹੈ ਕਿ ਜਵਾਨੀ 'ਚ ਤੇ ਬੰਦੇ ਦੀ ਇਹ ਹਾਲਤ ਹੋ ਜਾਂਦੀ ਹੈ। ਸਰ ਗੱਲ ਕਿ ਜਿਸ ਤਰ੍ਹਾਂ ਅਸੀਂ ਦੇਖਨੇ ਨਾ ਲੋਕਾਂ ਨੂੰ ਫੋਨ ਦੇ ਨਾਲ ਵਸਾਈ ਨਹੀਂ ਖਾਂਦੇ ਬੜੇ। ਹਾਂਜੀ, ਬਹੁਤ ਸਾਰੀਆਂ ਮੁਸ਼ਕਲਾਂ ਦੀ ਜੜ ਫੋਨ ਬਣ ਗਏ। ਸਹੀ ਕਿਹਾ। ਇਹ ਰਿਸ਼ਤੇ ਹੁੰਦੇ ਨੇ ਨਾ, ਹਾਲੇ ਵੇਖ ਕੇ ਆਉਂਦੇ ਨੇ ਨਾ, ਤੇ ਉਸੇ ਟਾਈਮ ਕਹਿੰਦੇ ਨੇ ਜੀ ਮੁੰਡੇ ਦਾ ਨੰਬਰ ਦੇ ਦਿਓ, ਕੁੜੀ ਦਾ ਨੰਬਰ ਦਿਓ। ਉਹ ਫਿਰ ਨਾ ਉਹ ਲਾ ਲੈਂਦੇ ਨੇ ਉੱਲੂ ਪੈਕੇਜ। ਉਦੋਂ ਸ਼ੁਰੂ ਹੋ ਜਾਂਦੇ। ਹਾਂਜੀ, ਪੈਕੇਜ ਲਾ ਲੈਂਦੇ ਨੇ, ਉਹਦੇ ਉੱਤੇ ਫਿਰ ਗੱਲਬਾਤ ਕਰਦੇ ਨੇ, ਹੋਰ ਸੁਣਾ, ਫਿਰ ਹੋਰ ਸੁਣਾ, ਫਿਰ ਹੋਰ ਸੁਣਾ। ਯਾਨੀ ਇਹ ਤੇ ਚਲੋ ਸੀ ਕਿ ਕਿਸੇ ਗੱਲ। ਅੱਛਾ, ਇਹਦੇ 'ਚ ਰਿਸ਼ਤੇ ਟੁੱਟ ਵੀ ਜਾਂਦੇ ਜੇ? ਰਿਸ਼ਤੇ ਇਹਦੇ 'ਚ ਬਹੁਤ ਟੁੱਟੇ ਨੇ। ਤੂੰ ਮੇਰਾ ਫੋਨ ਕਿਉਂ ਨਹੀਂ ਚੁੱਕਿਆ? ਫਲਾਣੇ ਟਾਈਮ ਤੇਰੇ ਮੈਂ ਕੀਤਾ ਇਸ ਟਾਈਮ ਤੇਰਾ ਫੋਨ ਬਿਜ਼ੀ ਜਾ ਰਿਹਾ ਸੀ। ਓਏ, ਇਹ ਵੀ ਗੱਲ ਹੈ ਨਾਲ ਬਿਜ਼ੀ ਜਾ ਰਿਹਾ। ਫਿਰ ਗੱਲਾਂ ਐਸੀਆਂ ਹੋਰ ਸੁਣਾ, ਫਿਰ ਹੋਰ ਸੁਣਾ, ਹੋਰ ਸੁਣਾ। ਯਾਨੀ ਹੋਰ ਕੀ ਸੁਣਾਣਾ, ਹੋਰ ਕੁਝ ਵੀ ਨਾ। ਮਤਲਬ ਐਵੇਂ ਸਮਝ ਲਓ ਵੀ ਚਵਲਾ ਮਾਰਨ ਵਾਲੀ ਗੱਲ। ਯਾਨੀ ਮਤਲਬ ਇਹ ਠੀਕ ਹੈ। ਲੇਕਿਨ ਫਲ ਤੇ ਜਵਾਨੀ ਦੇ ਵਿੱਚ ਤੁਸੀਂ ਪੈਦਾ ਕਰਨਾ ਹੈ ਆਪਣੇ ਖੁਦਾਵੰਦ ਵਾਸਤੇ। ਬਈ ਜਿਹੜੇ ਖੁਦਾਵੰਦ ਨੇ ਤੁਹਾਨੂੰ ਪਾਲਿਆ, ਜਿਹਨੇ ਤੁਹਾਨੂੰ ਜਵਾਨ ਕੀਤਾ ਹੈ, ਆਪਣੇ ਖੂਨ ਨਾਲ ਸਿੰਚਿਆ ਹੈ, ਜਿਹਨੇ ਤੁਹਾਨੂੰ ਸਿਹਤ ਦਿੱਤੀ ਹੈ, ਜਿਹਨੇ ਤੁਹਾਨੂੰ ਨਵਾਂ ਸਾਲ ਦਿੱਤਾ ਹੈ, ਜਵਾਨੀ ਦੇ ਵਿੱਚ ਤੁਸੀਂ ਇਹ ਕਾਰ ਕਰਨੀ। 3 ਜਵਾਨਾਂ ਦਾ ਜ਼ਿਕਰ ਹੈ ਬਾਈਬਲ 'ਚ ਜੀ, 4 ਦਾ ਆਉਂਦਾ ਹੈ। ਦਾਨੀਏਲ ਵੀ ਨਾਲ ਹੈ, ਸਦਰਕ, ਮਿਸਕ, ਇਹਨਾਂ ਦੇ ਨਾਮ ਹੋਰ ਨੇ, ਲੇਕਿਨ ਨਾਂ ਰੱਖੇ ਨਿਕਨੇਮ ਸਨ। ਉਹਨਾਂ ਨੇ ਬਾਬਲ 'ਚ ਜਦੋਂ ਗਏ ਨਾ ਸੀਰ ਹੋ ਕੇ, ਤੇ ਉੱਥੋਂ ਉਹਨਾਂ ਨੇ ਨਾਂ ਇਹਨਾਂ ਨੂੰ ਵੱਖਰੇ ਵੱਖਰੇ ਦੇ ਦਿੱਤੇ। ਅੱਛਾ, ਉਹਨਾਂ ਨੇ ਉੱਥੇ ਜਿਹੜਾ ਵਜ਼ੀਫਾ ਮਿਲਣਾ ਸੀ ਨਾ, ਖੁਰਾਕ, ਉਹਨਾਂ ਨੇ ਕਿਹਾ ਕਿ ਅਸਾਂ ਨਹੀਂ ਖਾਣੀ। ਜਵਾਨ ਸਨ। ਕੈਸੇ ਜਵਾਨ ਸਨ ਭਾਈ? ਉਹਨਾਂ ਕਿਹਾ ਜੀ ਇਹ ਖੁਰਾਕ ਨਾਲ ਅਸੀਂ ਆਪਣੇ ਆਪ ਨੂੰ ਪਾਕ ਨਹੀਂ ਕਰਨਾ। ਵਾਓ, ਹਾਲੇਲੂਇਆ। ਨਹੀਂ ਤੇ ਹੁੰਦਾ ਨਾ ਬੰਦਾ ਕਹੇ ਯਾਰ ਕੋਈ ਬਾਤ ਨਹੀਂ, ਵਾਂਢੇ ਆਏ ਆ, ਖੈਰ ਮੇਰੇ। ਅੱਛਾ, ਨਾਲੇ ਉਹ ਵੀ ਤੇ ਕਹਿ ਸਕਦੇ ਹਨ ਬਹਾਨਾ ਵੀ ਸੀ, ਭਾਈ ਜੀ ਮੈਂ ਕੀ ਕਰਾਂ ਹੁਣ, ਜੋ ਉਹਨਾਂ ਦਿੱਤਾ ਮੈਂ ਖਾ ਲਿਆ। ਸਾਹਿਬ ਨੇ ਤਾਂ ਦੇਣ ਦੇ ਨੇ, ਵੇਖੋ ਬਾਦਸ਼ਾਹ ਤੱਕ ਰਸਾਈ। ਓਏ, ਬਾਦਸ਼ਾਹ ਤੱਕ, ਬਾਦਸ਼ਾਹ ਦੇ ਹਜ਼ੂਰ ਦੇ ਵਿੱਚ ਅਸਾਂ ਖੜੇ ਹੋਣਾ ਕਰਨਾ ਹੈ। ਅਸੀਂ ਸਾਡੀਆਂ ਟੋਰਾਂ ਜਨਾਬ, ਚੰਗਾ ਸਾਡਾ ਜੁੱਸਾ ਜਿਹੜਾ ਹੈ ਨਾ ਵਧੀਆ ਹੋਣਾ ਚਾਹੀਦਾ, ਖੁਰਾਕਾਂ। ਉਹਨਾਂ ਨੇ ਕਿਹਾ ਵੀ ਸਾਨੂੰ ਸਾਗ ਪਾਤ ਦਿਓ ਤੇ ਸਾਦਾ ਪਾਣੀ। ਸਾਗ ਪਾਤ ਤੇ ਸਾਦਾ ਪਾਣੀ, ਸਾਗ ਪਾਤ ਤੇ ਸਾਦਾ ਪਾਣੀ। ਦੂਜੀ ਜਿਹੜੀ ਤਾਕਤ ਵਾਲੀ ਸ਼ਾਇਦ ਤੁਸੀਂ ਪੀ ਲਿਆ। ਆਪ ਹੀ ਵੇਖੋ, 10ਵੇਂ ਦਿਨ ਤੁਸੀਂ ਵੇਖ ਲੈਣਾ, ਜੇ ਅਸੀਂ ਮਾੜੇ ਲੱਗੇ ਉਹਨਾਂ ਨੂੰ ਫਿਰ ਅਸੀਂ ਉਹਦੇ ਤੇ ਗੱਲ ਕਰਾਂਗੇ। ਲੇਕਿਨ 10 ਦਿਨ ਤੁਸੀਂ ਵੇਖੋ, ਅਜ਼ਮਾ ਕੇ ਵੇਖੋ। ਉਹ ਜਿਹੜਾ ਬੰਦਾ ਮੁਕਰਰ ਸੀ ਨਾ ਖੁਰਾਕ ਦੇਣ ਵਾਸਤੇ, ਉਹਨੇ ਫਿਰ ਜਨਾਬ ਇਹ ਜਿਹੜੇ ਸਨ ਯਹੂਦੀ ਬੰਦੇ, ਇਹਨਾਂ ਨੂੰ ਉਹਨਾਂ ਨੇ ਫਿਰ ਉਹ ਗੋਸ਼ਤ ਨਹੀਂ ਯਹੂਦੀ ਖਾਂਦੇ ਦੂਸਰੇ ਦਾ। ਉਹ ਕਹਿੰਦੇ ਨੇ ਜੀ ਸਾਡਾ ਜਿਹੜਾ ਰੱਬੀ ਘਰੇ ਨਾ ਜ਼ਬਾ, ਉਹ ਵੀ ਅਸਲ 'ਚ ਠੀਕ ਹੈ। ਦੂਜੀ ਕੋਈ ਕੌਮ ਕਿਸੇ ਕਿਸਮ ਦਾ ਗੋਸ਼ਤ ਉਹ ਜ਼ਬਾ ਕਰੇ, ਉਹ ਨਹੀਂ ਖਾਂਦੇ। ਠੀਕ ਹੈ ਨਾ, ਉਹ ਚੀਜ਼ਾਂ ਪੀਂਦੇ ਨੇ। ਇਹਨਾਂ ਨੇ ਯਹੂਦੀਆਂ ਨੇ, ਉਹਨਾਂ ਨੇ ਕਿਹਾ ਕਿ ਅਸਾਂ ਨਹੀਂ ਕਰਨਾ, ਸਾਗ ਹੀ ਖਾਂਦੇ ਰਹੇ। ਸਾਗ ਪਾਤ 10 ਦਿਨ ਉਹਨਾਂ ਨੇ ਕਿਹਾ ਸਾਨੂੰ ਸਾਦਾ ਖਾਣੇ ਦਿਓ ਜੇ, ਉਤੋਂ ਖੁਦਾ ਸਾਨੂੰ ਤਾਕਤ ਦੇਗਾ। ਆਮੀਨ ਆਮੀਨ। ਯਾਨੀ ਜਵਾਨ ਬੰਦਾ ਜਿਹੜਾ ਹੈ, ਅਗਰ ਕਿਸੇ ਜਗ੍ਹਾ ਤੇ ਡਟ ਜੇ ਤੇ ਖੁਦਾ ਉਹਦੇ ਨਾਲ ਹੋਵੇ, ਵਾਹ, ਤੇ ਉਹ ਬੰਦਾ ਜਨਾਬ
ਅੱਗੇ ਲੰਘ ਜਾਂਦਾ ਹੈ। ਆਮੀਨ ਇੱਕ ਹੋਰ ਜਵਾਨ ਦਾ ਜ਼ਿਕਰ ਯੂਸਫ ਉਹਦਾ ਨਾਮ, ਯੂਸਫ ਓਏ ਗੁਲਾਮਾਂ ਦੀ ਮੰਡੀ 'ਚ ਵਿਕਿਆ, ਹੋਏ ਖੂਹ 'ਚੋਂ ਕੱਢ ਕੇ ਨਾ ਭਰਾਵਾਂ ਨੇ 20 ਰੁਪਈਆਂ ਦਾ ਵੇਚਿਆ, ਮਿਸਰ ਦੇ ਵਿੱਚ ਗੁਲਾਮਾਂ ਦੀ ਮੰਡੀ 'ਚ ਵਿਕਿਆ। ਜਵਾਨੀ ਦੇ ਯਾਮ 'ਚ ਨਾ ਉਹਨੇ ਹਾਂ ਇਹ ਕੀਤਾ ਕੰਮ, ਬੜਾ ਜ਼ਬਰਦਸਤ ਫਿਰ ਉਹ ਜਨਾਬ ਗੁਲਾਮ ਬਣ ਕੇ ਇੱਕ ਘਰ ਦੇ ਵਿੱਚ ਕੰਮ ਕਰਦਾ ਰਿਹਾ, ਕੰਮ ਕਰਦਾ ਰਿਹਾ, ਬਿਲਕੁਲ ਉੱਥੇ ਵੀ ਖੁਦਾ ਦੇ ਨਾਲ ਵਫਾਦਾਰ ਰਿਹਾ, ਔਰ ਖੁਦਾ ਦਾ ਹੱਥ ਉੱਧਰ ਹੈ। ਉਹ ਜਿਹੜੀ ਤੁਸੀਂ ਗੱਲ ਕੀਤੀ ਉਹ ਕਾਮਯਾਬ ਹੋ ਗਿਆ। ਵਫਾਦਾਰ ਬੜਾ ਸੀ ਨਾ ਹਾਏ ਆਪਣੇ ਖੁਦਾ ਦੇ ਨਾਲ, ਉਹਦਾ ਧਿਆਨ ਆਪਣੇ ਖੁਦਾ ਵੱਲ ਹੁੰਦਾ ਸੀ। ਜਵਾਨੀ ਚ ਜਿੰਨਾ ਸ਼ੈਵਾਂ ਵਾਲਾ ਜੇ ਮੁੰਡੇ ਭੱਜੇ ਫਿਰਦੇ ਨੇ ਨਾ, ਹਾਂ ਜਵਾਨ ਤਬਕਾ ਭੱਜਦਾ ਹੈ, ਭੱਜਦਾ, ਉਹ ਨਹੀਂ ਸੀ ਭੱਜਦਾ। ਉਹ ਕਹਿੰਦੇ ਨਾ, ਮੈਨੂੰ ਆਪਣੇ ਖੁਦਾ ਨੂੰ ਤਲਾਸ਼ ਕਰਨਾ ਹੈ ਹਾਲੇਲੂਇਆ, ਔਰ ਆਪਣੇ ਖੁਦਾ ਨੂੰ ਰਾਜ਼ੀ ਕਰਨਾ ਹੈ। ਤੇਰਾ ਸ਼ੁਕਰ ਹੋ। ਔਰ ਜਵਾਨੀ ਦੇ ਯਾਮ 'ਚ ਇੱਕ ਚਾਂਸ ਵੀ ਉਹਨੂੰ ਮਿਲਿਆ ਸ਼ਾਟ, ਓਏ ਕਿ ਅਗਰ ਉਹ ਸ਼ਾਟ ਕਰੇਗਾ ਆਹੋ ਤੇ ਅੱਗੇ ਲੰਘ ਸਕਦਾ ਹੈ। ਲੰਘ ਸਕਦਾ, ਕਦੀ ਕਦੀ ਨਾ ਸ਼ਾਟ ਕਰਕੇ ਲੋਕ ਜਾਂਦੇ ਨੇ, ਜਾਂਦੇ ਨੇ ਇਹ ਬਾਹਰ ਜਾਂਦੇ ਜੇ ਸ਼ਾਟ, ਓਏ ਉਹ ਟੈਂਕਰ 'ਚ ਵੜ ਕੇ ਨਾ ਜਾਂਦੇ ਨੇ ਜੀ, ਉਹ ਡੋਂਕੀ ਲਾਈ ਹੈ ਕਿ ਫਿਰ ਕੀ ਕੀਤਾ ਹੈ, ਆਹੋ ਤੋ ਬਾਹਰ ਜਾਂਦੇ ਨੇ, ਆਂਦੇ ਜੀ ਟੋਰਾਂ ਬਣਾਉਣੀਆਂ ਨੇ, ਵੱਡੇ ਹੋ ਜਾਣਾ ਹੈ, ਫਿਰ ਅਸੀਂ ਘਰ ਜਿਹੜਾ ਨਾ ਬਸਤੀ ਚੋਂ ਚੇਂਜ ਕਰ ਦੇਣਾ ਯਾਨੀ ਇੰਜ, ਲੇਕਿਨ ਉਹ ਡੋਂਕੀ ਦੇ ਵਿੱਚ ਹੀ ਮਾਰ ਮੁਰ ਜਾਂਦੇ ਨੇ। ਓਏ ਹੋਏ ਹੋਏ, ਜਵਾਨ ਤਬਕਾ, ਸਹੀ ਕਹਿ ਰਹੇ ਹੋ। ਔਰ ਵਾਲਦੈਨ ਆਪ ਹੀ ਰਾਜ਼ੀ ਹੋ ਕੇ ਭੇਜ ਉਹਨਾਂ ਨੂੰ ਦਿਓ ਜਨਾਬ ਭੇਜ ਦਿਓ, ਮੁੰਡੇ ਨੂੰ ਸ਼ੌਕ ਚ ਆ ਹਾਲਾਤ ਗਏ, ਸੈੱਟ ਹੋ ਜਾਣਗੇ ਬ੍ਰਦਰ, ਸਾਡੇ ਹਾਲਾਤ ਨਹੀਂ ਸਹੀ, ਮੁੰਡਾ ਜਿਹੜਾ ਨਾ ਜਵਾਨ ਹੋਇਆ ਬਾਈਆਂ ਦਾ ਹੋ ਗਿਆ ਤੇ ਮੈਂ ਇਹਨੂੰ ਟੈਂਕਰ 'ਚ ਵਾੜ ਕੇ ਨਾ ਹਾਂ ਭੇਜ ਇਹਨੂੰ ਘੱਲਣਾ ਹੈ ਹੁਣ ਉੱਧਰ। ਆਹ ਅਗਰ ਤੁਸੀਂ ਆਪਣੇ ਖੁਦਾ ਦੇ ਨਾਲ ਸਿੰਸੀਅਰ ਰਹੋ, ਉਹਦੀ ਤਾਬੇਦਾਰੀ ਕਰਦੇ ਰਹੋ, ਤਾਂ ਤੁਹਾਡਾ ਖੁਦਾ ਉਹਨੂੰ ਸਰਫਰਾਜ਼ ਕਰ ਦੇਗਾ। ਔਰ ਬਾਈਬਲ 'ਚ ਲਿਖਿਆ ਗੁਲਾਮ ਘਰ 'ਚ ਕੰਮ ਕਰਨ ਵਾਲਾ ਜਿਹੜਾ ਹੈ, ਉਹਦੇ ਤੇ ਅਟੈਕ ਐਸਾ ਹੋ ਗਿਆ ਕਿ ਉਹਨੂੰ ਜੇਲ੍ਹ 'ਚ ਉਹਨਾਂ ਨੇ ਕਰ ਦਿੱਤਾ। ਓਏ ਹੋਏ ਜੇਲ੍ਹ ਦੇ ਵਿੱਚ ਗਿਆ ਤਾਂ ਉੱਥੇ ਵੀ ਖੁਦਾ ਉਹਦੇ ਨਾਲ ਸੀ, ਓਏ ਹੋਏ, ਉੱਥੇ ਵੀ ਖੁਦਾ ਨੇ ਉਹਨੂੰ ਬਰਕਤ ਭਾਈ ਸਾਹਿਬ ਉਹ ਜਵਾਨੀ ਵਾਲੀ ਗੱਲ ਸੀ ਕਿ ਉਹਨੇ ਆਪਣੇ ਉਹਨੂੰ ਬਚਾਇਆ ਕਿਵੇਂ, ਬਚਾਇਆ, ਆਜ਼ਮਾਇਸ਼ ਤੋਂ ਬਚਿਆ। ਉਹਨੂੰ ਪਤਾ ਹੀ ਕਿ ਖੁਦਾ, ਕਿਉਂਕਿ ਬਾਈਬਲ 'ਚ ਲਿਖਿਆ ਬੰਦਾ ਤੇ ਨਹੀਂ ਵੇਖ ਰਿਹਾ, ਖੁਦਾ ਤੇ ਵੇਖ ਰਿਹਾ, ਖੁਦਾ ਦੀ ਨਜ਼ਰ ਹੈ ਨਾ ਤੇਰੇ ਤੇ, ਹਾਂ ਕਿ ਕੋਈ ਵੇਖੇ ਓਏ ਨਾ ਵੇਖੇ, ਨਾ ਵੇਖੇ, ਖੁਦਾ ਤੇ ਵੇਖ ਰਿਹਾ, ਖੁਦਾ ਤੇ ਵੇਖ ਰਿਹਾ। ਔਰ ਬਾਈਬਲ 'ਚ ਲਿਖਿਆ ਹੈ ਕਿ ਖੁਦਾ ਦੀ ਅੱਖ ਸਾਰੀ ਜ਼ਮੀਨ ਤੇ ਫਿਰਦੀ ਹੈ। ਤਵਾਰੀਖ ਦੀ ਕਿਤਾਬ 'ਚ 16 ਬਾਬ ਦੀ 9ਵੀਂ ਅਚ ਲਿਖਿਆ ਹੈ ਕਿ ਖੁਦਾ ਦੀ ਅੱਖਾਂ ਸਾਰੀ ਜ਼ਮੀਨ ਦੇ ਉੱਤੇ ਫਿਰਦੀਆਂ ਨੇ ਤੇ ਉਹਨਾਂ ਦੀ ਇਮਦਾਦ, ਜਿਨ੍ਹਾਂ ਦਾ ਦਿਲ ਉਹਦੇ ਨਾਲ ਕਾਮਲ ਹੈ, ਉਹਨਾਂ ਵਾਸਤੇ ਮਦਦ ਮੁਹੱਈਆ ਕਰਦਾ ਹੈ। ਹਾਏ ਹਾਲੇਲੂਇਆ। ਔਰ ਬਾਈਬਲ 'ਚ ਲਿਖਿਆ ਉਹਦਾ ਦਿਲ ਕਾਮਲ ਸੀ ਨਾ ਆਪਣੇ ਖੁਦਾ ਦੇ ਨਾਲ, ਉਸ ਜਵਾਨ ਨੂੰ ਖੁਦਾ ਨੇ ਇੰਨਾ ਸਰਫਰਾਜ਼ ਕੀਤਾ ਕਿ ਉਹ ਮਿਸਰ ਦੇ ਬਾਦਸ਼ਾਹ ਫਿਰੌਨ ਜਿਹਨੂੰ ਕਹਿੰਦੇ ਸਨ ਨਾ, ਉਹ ਸਮਝੋ ਖੁਦਾ ਦੀ ਤਾਕਤ ਸੀ, ਬੜੀ ਸਭ ਤੋਂ ਵੱਡੀ, ਆਹੋ ਠੀਕ ਹੈ। ਉਹਨੇ ਫਿਰ ਆਪਣੇ ਤਖਤ ਉੱਤੇ ਬਿਠਾਇਆ, ਉਹਨੂੰ ਬਿਠਾਇਆ, ਆਪਣੇ ਰੱਥ ਉੱਤੇ ਬਿਠਾਇਆ, ਆਪਣੀ ਗੁਸ਼ਤਰੀ ਉਹਨੂੰ ਪਹਿਨਾਈ ਹੈ, ਔਰ ਫਿਰ ਸਾਰੇ ਮਿਸਰੀਆਂ ਨੂੰ ਕਿਹਾ ਬਾਹਰ ਨਿਕਲੋ। ਯੂਸਫ ਦਾ ਰੱਥ ਜਦੋਂ ਗੁਜ਼ਰੇਗਾ ਹਰ ਬੰਦੇ ਨੇ ਸਜਦਾ ਕਰਨਾ ਹੈ। ਕੈਸੀ ਖੁਦਾ ਦੀ ਕੁਦਰਤ, ਕੈਸੀ ਖੁਦਾ ਦੀ ਕੁਦਰਤ। ਖੁਦਾ ਜਦੋਂ ਤਰੱਕੀ ਦੇਗਾ, ਅਗਰ ਤੁਸੀਂ ਵਫਾਦਾਰ ਰਹੋਗੇ, ਕਾਮਲ ਰਹੋਗੇ, ਤੇ ਖੁਦਾ ਫਿਰ ਤੁਹਾਨੂੰ ਆਪਣੇ ਤਰੀਕੇ ਨਾਲ ਸਰਫਰਾਜ਼ ਕਰੇਗਾ। ਆਮੀਨ। ਇਹ ਕੰਮ ਥੋੜਾ ਜਿਹਾ ਦੇਰ ਪੈ, ਥੋੜਾ ਜਿਹਾ ਦੇਰ ਲੱਗਦੀ ਹੈ, ਲੇਕਿਨ ਬਾਈਬਲ 'ਚ ਇੱਕ ਮਸ਼ਵਰਾ ਦਿੱਤਾ ਗਿਆ ਹੈ ਪਤਰਸ ਦੇ ਖਤ ਵਿੱਚ, ਪਹਿਲਾ ਪਤਰਸ 5 ਬਾਬ ਜਦੋਂ ਪੜ੍ਹੀਏ ਤਾਂ ਉੱਥੇ ਲਿਖਿਆ ਹੈ, ਖੁਦਾ ਦੇ ਸੱਜੇ ਹੱਥ ਦੇ ਨੀਚੇ, ਮਜ਼ਬੂਤ ਹੱਥ ਦੇ ਨੀਚੇ ਫਰੋਤਨੀ ਨਾ ਰਵੋ, ਉਹ ਤੁਹਾਨੂੰ ਵਕਤ ਤੇ ਸਰਬੁਲੰਦ ਕਰੇਗਾ। ਆਮੀਨ ਆਮੀਨ। ਜੇ ਵਕਤ ਆਵੇਗਾ ਨਾ ਜੀ, ਤੁਹਾਨੂੰ ਸਰਬੁਲੰਦ ਕਰੇਗਾ। ਔਰ ਜਵਾਨੀ ਦੇ ਯਾਮ ਦੇ ਵਿੱਚ, ਔਰ ਬਾਈਬਲ 'ਚ ਲਿਖਿਆ ਹੈ, ਫਿਰ ਉਹ ਜਿਹੜੇ ਦੂਜੇ ਜਵਾਨ ਸਨ, ਸਦਰਕ ਮਿਸਕ ਅਬਦੁਲਨਜੂ, ਉਹ ਵੀ ਮੋਰਦ ਦੇ ਸਾਹਮਣੇ ਨਾਲ ਸਲਾਮ ਨਹੀਂ ਕੀਤੀ, ਨਹੀਂ ਸਜਦਾ ਨਹੀਂ ਕੀਤਾ ਉਹਨਾਂ ਕਰਨਾ, ਸਾਨੂੰ ਅੱਗ ਦੀ ਭੱਠੀ ਸੁੱਟ ਦਿਓ, ਸਾਡਾ ਈਮਾਨ ਨਹੀਂ ਜਾ ਸਕਦਾ, ਜਾਨ ਜਾਏ ਤੇ ਜਾਏ, ਹਾਏ ਹਾਏ, ਪਰ ਸਾਡਾ ਈਮਾਨ ਜਿਹੜਾ ਜਾਏ ਆਪਣੇ ਖੁਦਾ ਦੇ ਕਲਾਮ ਤੋਂ ਨਹੀਂ ਜਾ ਸਕਦਾ। ਹਾਲੇਲੂਇਆ। ਉਹਨਾਂ ਨੇ ਇਸ ਨੇ ਕੀਤਾ, ਭੱਠੀ 'ਚ ਚਲੇ ਗਏ। ਹਾਂ, ਸੁੱਟ ਛੜਿਆ ਉਹਨਾਂ, ਸੁੱਟ ਦਿੱਤਾ। ਰੱਸੀਆਂ ਜਲ ਗਈਆਂ ਨੇ, ਪੋਸ਼ਾਕਾਂ ਨਹੀਂ ਜਲੀਆਂ, ਬਦਨ ਨਹੀਂ ਜਲੇ। ਔਰ ਬਾਦਸ਼ਾਹ, ਉਹੀ ਬੁੱਤਪ੍ਰਸਤ ਬਾਦਸ਼ਾਹ ਜਿਹਨੇ ਸਟਵਾਇਆ, ਉਹ ਕਹਿਣ ਡਿਆ 3 ਸੁੱਟੇ ਸਨ, 4 ਹੋ ਗਏ ਨੇ, ਚੌਥਾ ਇੱਕ ਉਹ ਵੀ ਜਿਹਦੀ ਇਹ ਇਬਾਦਤ ਕਰਨ ਡਿਆ। ਹਾਂ ਹਾਂ ਹਾਂ, ਅੱਜ ਵੀ ਉਹ ਬਦਲਿਆ ਨਹੀਂਗਾ। ਆਮੀਨ। ਵਾਓ ਹਾਲੇਲੂਇਆ। ਅਗਰ ਜਵਾਨ ਬੰਦਾ ਆਪਣੇ ਖੁਦਾ ਦੇ ਨਾਲ ਮੁਖਲਸ ਰਵੇ ਤੇ ਉਹ ਬਚਾਉਣ ਵਾਲਾ ਅੱਜ ਵੀ ਨਾਲ ਹੀ ਹੈ, ਉਹਨੂੰ ਬਚਾਇਆ। ਔਰ ਬਾਈਬਲ 'ਚ ਨਾ ਫਿਰ ਉਸ ਬਾਦਸ਼ਾਹ ਨੇ ਵੀ ਇੱਕ ਅਨਾਉਂਸਮੈਂਟ ਕੀਤੀ, ਐਲਾਨ ਕੀਤਾ ਵੱਡਾ। ਉਹਨੇ ਕਿਹਾ ਕਿ ਸਦਰਕ, ਮੀਸਕ ਤੇ ਅਬਦਨਜੂ ਦਾ ਖੁਦਾ ਮੁਬਾਰਕ ਹੈ। ਹਾਲੇਲੂਇਆ। ਐਸਾ ਕੋਈ ਮਬੂਦ ਨਹੀਂ ਜਿਹੜਾ ਅੱਗ ਦੀ ਭੱਠੀ 'ਚ ਆ ਕੇ ਬਚਾਉਂਦਾ ਹੋਵੇ। ਆਮੀਨ। ਵਾਓ, ਇਹਨਾਂ ਦਾ ਖੁਦਾ ਬੜਾ ਵੱਡਾ ਹੈ। ਪ੍ਰੇਜ਼ ਗॉड, ਪ੍ਰੇਜ਼। ਔਰ ਫਿਰ ਬਾਈਬਲ 'ਚ ਲਿਖਿਆ ਖੁਦਾ ਨੇ ਉਹਨਾਂ ਮੁੰਡਿਆਂ ਨੂੰ ਉੱਥੇ ਸਰਫਰਾਜ਼ ਕੀਤਾ, ਸੂਬਾ ਬਾਬਲ 'ਚ ਸਰਫਰਾਜ਼ ਕੀਤਾ। ਤੇ ਉਹਨੇ ਫਿਰ ਇੱਕ ਹੋਰ ਅਨਾਉਂਸ ਕੀਤਾ ਹੈ ਕਿ ਜਿਹੜਾ ਕੋਈ ਸਦਰਕ, ਮੀਸਕ ਤੇ ਅਬਦਨਜੂ ਦੇ ਖੁਦਾ ਦੇ ਖਿਲਾਫ ਕੋਈ ਨਾਮੁਨਾਸਬ ਗੱਲ ਵੀ ਕਰੇਗਾ ਨਾ,
ਉਹਦੇ ਟੁਕੜੇ ਟੁਕੜੇ ਕਰ ਦਿੱਤੇ ਜਾਣਗੇ, ਉਹਨਾਂ ਦੇ ਘਰ ਮਜ਼ਬਲਾ ਬਣਾ ਦਿੱਤੇ ਜਾਣਗੇ, ਕਿਉਂਕਿ ਇਹ ਜ਼ਿੰਦਾ ਖੁਦਾ ਦੀ ਇਬਾਦਤ ਵਾਹ, ਕਰਦਾ ਹੈ। ਹਾਲੇਲੂਇਆ। ਵੇਖੇ ਉਹਨਾਂ ਨੇ ਨਾਮ ਰੋਸ਼ਨ ਕੀਤਾ, ਹਰ ਪੈਦਾ ਕੀਤਾ ਨਾ ਸੱਚ ਖੁਦਾ ਗੱਲ ਹੈ। ਵਾਸਤੇ। ਔਰ ਉਹਦੇ ਨਤਾਇਜ ਭਾਈ ਸਾਹਿਬ ਕੈਸੇ ਨਿਕਲੇ ਨੇ। ਨਤਾਇਜ ਬਹੁਤ ਅੱਛੇ। ਤੇ ਸਾਨੂੰ ਵੀ ਇਹ ਸਾਲ ਇਮਾਨਦਾਰੋ, ਖੁਦਾ ਦੇ ਲੋਗੋ, ਹਾਂ, ਖੁਦਾ ਵਾਸਤੇ ਫਲ ਪੈਦਾ ਕਰਨਾ ਹੈ। ਜਵਾਨੀ ਦੇ ਇਜਾਮ ਤੇ ਜਿੱਥੇ ਤੁਸੀਂ ਹੈ ਉਹ ਵੇਖੋ, ਉਸ ਬੱਚੀ ਨੂੰ ਹਾਂ, ਗੁਲਾਮ ਹੋ ਕੇ ਗਈ ਸੀ, ਲੇਕਿਨ ਫਿਰ ਵੀ ਉਹਨੇ ਖੁਦਾ ਦੀ ਗਵਾਹੀ ਦਿੱਤੀ, ਔਰ ਖੁਦਾ ਨੇ ਕਿੰਨਾ ਵੱਡਾ ਕੰਮ ਕੀਤਾ। ਬਿਲਕੁਲ ਤੇ ਬਿਲਕੁਲ। ਸਾਨੂੰ ਵੀ ਇਸ ਸਾਲ ਖੁਦਾ ਦਾ ਕੰਮ ਕਰਨਾ ਹੈ, ਖੁਦਾਵੰਦ ਦੀ ਹਜ਼ੂਰੀ 'ਚ ਆਪਣੇ ਆਪ ਨੂੰ ਦੇਣਾ ਹੈ, ਉਹਦੇ ਸਪੁਰਦ ਕਰ ਦੇਣਾ ਆਪਣੇ ਆਪ ਨੂੰ। ਇਸ ਈਮਾਨ ਔਰ ਜਿਵੇਂ ਭਾਈ ਸਾਹਿਬ ਨੇ ਕਿਹਾ ਹੈ, ਉਮੀਦ ਦਾ ਸਾਲ ਹੈ। ਇਸ ਉਮੀਦ ਦੇ ਨਾਲ ਕਿ ਖੁਦਾ ਇਸ ਸਾਲ ਸਾਡੀ ਜ਼ਿੰਦਗੀਆਂ 'ਚ ਬੜਾ ਗਹਿਰਾ ਔਰ ਵਧੀਆ ਫਲ ਪੈਦਾ ਕਰੇਗਾ। ਮੈਂ ਗਵਾਹੀ ਟੀਵੀ ਦੀ ਤਰਫੋਂ ਵੀ ਉਨ तमाम ਭੈਣ ਭਰਾਵਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਸਾਡੀ ਇਸ ਖਿਦਮਤ 'ਚ ਸਾਡੇ ਹਿੱਸੇਦਾਰ ਨੇ, ਔਰ ਹਰ ਮਹੀਨੇ ਉਹ ਆਪਣੇ ਚੰਦਿਆਂ ਦੇ ਨਾਲ, ਆਪਣੀ ਦੁਆਵਾਂ ਦੇ ਨਾਲ ਸਾਡਾ ਸਾਥ ਦੇ ਰਹੇ ਨੇ। ਮੇਰੀ ਇਹ ਦੁਆ ਹੈ ਇਸ ਸਾਲ ਖੁਦਾ ਦਾ ਅਸਮਾਨ ਤੁਹਾਡੇ ਤੇ ਖੁੱਲਿਆ ਰਹੇ, ਔਰ ਤੁਸੀਂ ਐਸੀ ਬਰਕਤ ਪਾਓ ਜਿਸ ਤਰ੍ਹਾਂ ਹੁਣ ਅਸੀਂ ਜ਼ਿਕਰ ਕਰ ਰਹੇ ਸਾਂ ਕਿ ਯੂਸਫ ਨੂੰ ਖੁਦਾ ਨੇ ਕਿੰਨੀ ਬਰਕਤ ਦਿੱਤੀ। ਤੇ ਸਾਡੀ ਇਹ ਦੁਆ ਹੈ ਇਹ ਸਾਲ ਖੁਦਾ ਤੁਹਾਨੂੰ ਕਸਰਤ ਦੀ ਬਰਕਤ ਦੇਵੇ। ਤੇ ਜ਼ਰੂਰ ਸਾਡੇ ਨਾਲ ਮਿਲ ਕੇ ਖੁਦਾ ਦੇ ਕਲਾਮ ਦਾ ਇਹ ਪ੍ਰਚਾਰ ਘਰਾਂ ਘਰਾਂ 'ਚ ਪਹੁੰਚਾਓ, ਮਸੀਹ ਦੀ ਖੁਸ਼ਖਬਰੀ ਨੂੰ ਫੈਲਾਓ, ਉਹਦੀ ਗਵਾਹੀ ਦਿਓ। ਅਗਰ ਤੁਸੀਂ ਕਿਸੇ ਵੀ ਤੌਰ ਨਾਲ ਸਾਡੇ ਨਾਲ ਮਿਲ ਕੇ ਇਸ ਖਿਦਮਤ ਨੂੰ ਕਰਨਾ ਚਾਹੁੰਦੇ ਹੋ, ਜ਼ਰੂਰ ਸਾਨੂੰ ਫੋਨ ਕਰੋ ਔਰ ਆਪਣੇ ਹਦੀਏ ਜ਼ਰੂਰ ਖੁਦਾ ਦੇ ਕੰਮ ਵਾਸਤੇ ਦਿਓ, ਤਾਂ ਕਿ ਗਵਾਹੀ ਟੈਲੀਵਿਜ਼ਨ ਦੁਨੀਆ ਭਰ 'ਚ ਯਿਸੂ ਦੀ ਗਵਾਹੀ ਦਿੰਦਾ ਰਹੇ। ਭਾਈ ਸਾਹਿਬ, ਨਵੇਂ ਸਾਲ ਦੀ ਕੋਈ ਖਾਸ ਕਲੋਜ਼ਿੰਗ ਪੈਗਾਮ ਜਿਹੜਾ ਤੁਸੀਂ ਸਲਾਹ ਦੇਣਾ ਚਾਹੁੰਦੇ ਹੋ ਇਸ ਵਕਤ ਗਵਾਹੀ ਟੀਵੀ ਦੇ? ਮੈਂ ਇਹ ਗੱਲ ਕਰਨਾ ਚਾਹ ਰਿਹਾ ਕਿ ਅਸੀਂ 2 ਸਾਲਾਂ ਤੇ ਗੱਲ ਕਰ ਲਈਏ, ਇੱਕ ਤੀਸਰਾ ਸਾਲ ਹੁੰਦਾ ਹੈ। ਕਈ ਦਫਾ ਲੋਕੀ ਕਹਿੰਦੇ ਨੇ ਬੁਢਾਪੇ 'ਚ ਤੇ ਮੇਰੇ ਕੋਲ ਹੁੰਦਾ ਹੀ ਕੁਝ ਨਹੀਂ ਹੁੰਦਾ, ਕੋਡਿਆਂ 'ਚੋਂ ਪੀੜਾਂ ਨਿਕਲ ਪਈਆਂ ਨੇ, ਬਾਹਰ ਜਾਣਾ ਜਿਹੜਾ ਮੁਸ਼ਕਲ ਹੋ ਗਿਆ, ਲੇਕਿਨ ਇੱਕ ਕੰਮ ਛੋਟਾ ਜਿਹਾ ਕਰੋ, ਬੈਠੇ ਬੈਠੇ ਦੁਆ ਕਰ ਦਿਆ ਕਰੋ। ਆਮੀਨ ਆਮੀਨ। ਇਸ ਉਮੀਦ ਤੇ ਜਾਂ ਕੋਈ ਤੁਹਾਨੂੰ ਖੁਦਾਵੰਦ ਨੇ ਤਾਕਤ ਦਿੱਤੀ ਹੈ ਤੇ ਕੋਈ ਚੰਦਾ ਇਧਰ ਨੂੰ ਪਾ ਦਿਆ ਕਰੋ, ਤੁਹਾਨੂੰ ਨੰਬਰ ਤੁਸੀਂ ਦੇ ਦੇਣਾ, ਉਹਦੇ ਚ ਪਾ ਕੇ ਤੇ ਤੁਸੀਂ ਇਸ ਤਰ੍ਹਾਂ ਬੈਠੇ ਬੈਠੇ ਵੀ ਕੰਮ ਕਰ ਸਕਦੇ ਹੋ। ਬਿਲਕੁਲ ਕਰ ਸਕਦੇ ਹੋ, ਫਲ ਹੀ ਪੈਦਾ ਕਰਨਾ। ਬਿਲਕੁਲ ਸੱਚ ਹੈ। ਤੇ ਜਿਨ੍ਹਾਂ ਦੇ ਲਿੰਗ ਪੈਰ ਚੰਗੇ ਨੇ ਉਹ ਮਤਲਬ ਕੰਮ ਕਰਦੇ ਰਹਿਣਗੇ, ਤੁਸੀਂ ਆਪਣਾ ਚੰਦਾ ਘੱਲ ਕੇ ਤੁਸੀਂ ਇਹਦਾ ਕੰਮ ਕਰਦੇ ਰਹੋ, ਉਹ ਤੁਹਾਡੇ ਵੀ ਖਾਤੇ 'ਚ ਬਰਕਤ ਜਿਹੜੀ ਹੈ ਉਹ ਪੈਂਦੀ ਰਹੇਗੀ ਤੇ ਤੁਸੀਂ ਤਰੱਕੀ ਕਰ ਜਾਓਗੇ। ਇਹ ਸਾਲ ਉਮੀਦ ਦਾ, ਇਸ ਉਮੀਦ ਤੇ ਤੁਸੀਂ ਦੇਣਾ ਹੈ ਤਾਂ ਕਿ ਇਸ ਸਾਲ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਆਸਮਾਨ ਦੀ ਬਾਦਸ਼ਾਹੀ ਦੇ ਵਾਰਸ ਹੋ ਜਾਣ। ਆਮੀਨ ਆਮੀਨ ਆਮੀਨ। ਯਕੀਨਨ ਖੁਦਾਵੰਦ ਐਸਾ ਕਰਨ ਦੀ ਕੁਦਰਤ ਰੱਖਦਾ ਹੈ। ਜ਼ਰੂਰ ਸਾਨੂੰ ਆਪਣੀਆਂ ਦੁਆਵਾਂ ਦਰਖਾਸਤਾਂ ਘੱਲੋ ਤਾਂ ਕਿ ਅਸੀਂ ਤੁਹਾਡੇ ਸੇ ਦੁਆ ਕਰੀਏ ਔਰ ਇਹ ਨਵਾਂ ਸਾਲ ਅਸੀਂ ਬਿਮਾਰੀਆਂ ਤੋਂ ਬਚੇ ਰਹੀਏ, ਖੁਦਾ ਦੀ ਬਰਕਤਾਂ ਨਾਲ ਭਰੇ ਰਹੀਏ ਔਰ ਉਹਦੇ ਜਲਾਲ ਵਾਸਤੇ ਫਲ ਪੈਦਾ ਕਰੀਏ। ਆਓ ਆਪਣੇ ਸਿਰਾਂ ਨੂੰ ਝੁਕਾਉਂਦੇ ਹਾਂ ਤੇ ਅਸੀਂ ਮਿਲ ਕੇ ਦੁਆ ਕਰਨੇ ਹਾਂ। ਪਾਦੀ ਸਾਹਿਬ ਇਸ ਦੁਆ ਸਾਨੂੰ ਲੀਡ ਕਰਨਗੇ ਔਰ ਜਿਵੇਂ ਅਸੀਂ ਸੁਣਿਆ ਹੁਣ ਉਹ ਗਵਾਹੀ 'ਚ ਸੁਣਾ ਰਹੇ ਸਨ, ਇੱਕ ਭੈਣ ਦੀਆਂ ਅੱਖਾਂ ਜਿਹੜਾ ਨਾ ਉਹ ਬੰਦ ਹੋ ਗਈਆਂ ਸਨ, ਲੇਕਿਨ ਭਾਈ ਸਾਹਿਬ ਨੇ ਐਵੇਂ ਹੀ ਉਹ ਭੈਣ ਕਹਿੰਦੀ ਕਿ ਚਲਾਵੀਂ ਜੀ ਦੁਆ ਕੀਤੀ, ਲੇਕਿਨ ਖੁਦਾ ਨੇ ਆਪਣਾ ਮੌਜਜ਼ਾ ਕੀਤਾ। ਲੇਕਿਨ ਮੇਰਾ ਈਮਾਨ ਹੈ ਜਦੋਂ ਅਸੀਂ ਈਮਾਨ ਦੇ ਨਾਲ ਖੁਦਾਵੰਦ ਦੀ ਹਜ਼ੂਰੀ 'ਚ ਝੁਕੇ ਹਾਂ, ਉਹ ਸਾਡੀਆਂ ਬਿਮਾਰੀਆਂ ਨੂੰ ਦੂਰ ਕਰੇਗਾ, ਸਾਡੀਆਂ ਮੁਸ਼ਕਿਲਾਂ ਆਸਾਨ ਕਰੇਗਾ ਔਰ ਸਾਡੀ ਜ਼ਿੰਦਗੀ ਨੂੰ ਫਲਦਾਰ ਬਣਾਏਗਾ। ਭਾਈ ਸਾਹਿਬ ਪਲੀਜ਼ ਦੁਆ ਕਰੋ ਜੀ। ਆਪਣੀ ਅੱਖਾਂ ਬੰਦ ਕਰ ਲਓ, ਆਪਣੀਆਂ ਉਹਨਾਂ ਜਗ੍ਹਾ ਤੇ ਜਿੱਥੇ ਤੁਸੀਂ ਸਮਝਦੇ ਹੋ ਕਿ ਕੋਈ ਤਕਲੀਫ ਹੈ। ਅਗਰ ਡਾਕਟਰ ਨੇ ਤੁਹਾਨੂੰ ਕੁਝ ਕਿਹਾ ਹੈ ਕਿ ਇਹਦਾ ਇਲਾਜ ਨਹੀਂ, ਖੁਦਾਵੰਦ ਮਸੀਹ ਕਾਦਰ ਮੁਤਲਕ ਹੈ, ਉਹਦੇ ਸਾਹਮਣੇ ਕੋਈ ਚੀਜ਼ ਮੁਸ਼ਕਲ ਨਹੀਂ। ਉਹ ਆਪਣੀ ਕੁਦਰਤ ਨਾਲ ਤੁਹਾਡੇ ਤੇ ਹੱਥ ਵਧਾਏਗਾ, ਭਾਵੇਂ ਤੁਸੀਂ ਦੂਰ ਹੋ ਜਾਂ ਨੇੜੇ ਹੋ। ਖੁਦਾਵੰਦ ਮਸੀਹ ਹਰ ਜਗ੍ਹਾ ਤੇ ਮੌਜੂਦ ਹੈ, ਉਹ ਆਪਣਾ ਹੱਥ ਤੁਹਾਡੀ ਤਰਫ ਵਧਾਏਗਾ ਔਰ ਆਪਣੀ ਬਰਕਤ ਨੂੰ ਤੁਹਾਡੀ ਜ਼ਿੰਦਗੀ 'ਚ ਜਾਰੀ ਕਰੇਗਾ। ਮੈਂ ਆਪਣੇ ਭਾਈ ਦੇ ਨਾਲ ਮਿਲ ਕੇ ਦੁਆ ਕਰਨਾ, ਤੁਸੀਂ ਇਮਾਨ ਰੱਖੋ, ਖੁਦਾਵੰਦ ਤੁਹਾਡੀ ਜ਼ਿੰਦਗੀ 'ਚ ਮੌਜਜ਼ਾ ਕਰ ਵਿਖਾਏ। ਖੁਦਾਵੰਦ ਅਸਮਾਨੀ ਬਾਪ, ਸਾਡਾ ਦਿਲ ਤੇਰੀ ਸ਼ੁਕਰਗੁਜ਼ਾਰੀ ਨਾਲ ਭਰਿਆ ਹੋਇਆ ਹੈ। ਤੇਰਾ ਬਹੁਤ ਵੱਡਾ ਫਜ਼ਲ ਸਾਡੇ ਤੇ ਹੋਇਆ ਹੈ, ਤੇਰੀ ਮਿਹਰਬਾਨੀ ਬੇਹੱਦ ਸਾਡੇ ਤੇ ਹੋਈ ਹੈ ਕਿ ਤੂੰ ਨੇ ਸਾਨੂੰ ਜ਼ਿੰਦਾ ਰੱਖਿਆ ਹੈ, ਤੂੰ ਨੇ ਸਾਨੂੰ ਆਪਣੇ ਕੋਲ ਆਉਣ ਦਾ ਮੌਕਾ ਦਿੱਤਾ ਹੈ, ਤੂੰ ਨੇ ਇਸ ਚੈਨਲ ਦੇ ਵਸੀਲੇ ਨਾਲ ਮੌਕਾ ਦਿੱਤਾ ਤਾਂ ਕਿ ਅਸੀਂ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕੀਏ। ਖੁਦਾਵੰਦ ਯਿਸੂ, ਅਸੀਂ ਮਿਲ ਕੇ ਫਰਿਆਦ ਕਰਨੇ ਦੋਨੋਂ ਭਾਈ ਇਹਨਾਂ ਬਿਮਾਰਾਂ ਵਾਸਤੇ ਜਿਨ੍ਹਾਂ ਨੇ ਬੜੇ ਮਨ ਦੇ ਨਾਲ ਆਪਣੀਆਂ ਮੁਸ਼ਕਲਾਂ ਵਾਸਤੇ ਦੁਆ ਦੀ ਦਰਖਾਸਤ ਕੀਤੀ ਹੋਈ ਹੈ। ਆਪਣੀਆਂ ਦਰਖਾਸਤਾਂ ਤੇਰੇ ਇਸ ਘਰ ਦੇ ਵਿੱਚ ਭੇਜਦੇ ਨੇ, ਫੋਨ ਤੇ ਰਾਬਤਾ ਕਰਦੇ ਨੇ। ਅੱਜ ਵੀ ਉਹ ਕਲਾਮ ਸੁਣਦਿਆਂ ਹੋਇਆਂ ਆਪਣੀਆਂ ਬਿਮਾਰੀ ਵਾਲੀ ਜਗ੍ਹਾ ਤੇ ਹੱਥ ਰੱਖੇ ਹੋਏ ਨੇ। ਖੁਦਾਵੰਦ ਉਹਨਾਂ ਦੀ ਇਸ ਮੁਸ਼ਕਲ ਨੂੰ
ਆਸਾਨ ਕਰ ਦੇ। ਜਿਨ੍ਹਾਂ ਯਿਸੂ ਕੋਲ ਕੇ ਨਾਮ ਰੋਜ਼ਗਾਰ ਤੇ, ਨਹੀਂ, ਯਿਸੂ ਦੇ ਯਿਸੂ ਨਾਮ ਦੇ ਤੇ। ਨਾਂ ਤੇ ਉਹਨਾਂ ਨੂੰ ਰੋਜ਼ਗਾਰ ਮਿਲ ਜਾਵੇ। ਆਮੀਨ। ਜਿਨ੍ਹਾਂ ਦੇ ਕੋਲ ਔਲਾਦ ਨਹੀਂ, ਤੇਰੀ ਬਰਕਤ ਉਹਨਾਂ ਤੇ ਜਾਰੀ ਹੋ ਜਾਏ। Glory, ਯਿਸੂ ਨਾਸਰੀ ਦੇ ਨਾਂ ਤੇ ਉਹਨਾਂ ਦੇ ਵਸਾਇਲ 'ਚ ਬਰਕਤ ਹੋਵੇ, ਉਹਨਾਂ ਦੇ ਰਿਜ਼ਕ 'ਚ, ਰੋਟੀ 'ਚ ਬਰਕਤ ਹੋਵੇ, ਉਹਨਾਂ ਦੀ ਔਲਾਦ ਸਿਹਤਮੰਦ ਹੋਵੇ, ਉਹਨਾਂ ਦੀ ਔਲਾਦ ਦੇ ਜਿਨ੍ਹਾਂ ਦੇ ਰਿਸ਼ਤੇ ਰੁਕੇ ਹੋਏ ਨੇ, ਯਿਸੂ ਦੇ ਨਾਂ 'ਚ ਇਸ ਸਾਲ ਦੇ ਵਿੱਚ ਇਸ ਉਮੀਦ ਤੇ ਉਹ ਤੇਰੀ ਤਰਫ ਦੇਖਣ ਕਿ ਉਹਨਾਂ ਦੀ ਔਲਾਦ ਹਾਲੇਲੂਇਆ। ਰਿਸ਼ਤਾ ਇਜ਼ਦਵਾਜ ਮੁਨਸਲਿਕ ਹੋ ਜਾਵੇਗੀ। Jesus। ਖੁਦਾਵੰਦ ਤੋਂ ਆਪਣਾ ਹੱਥ ਵਧਾ ਕੇ ਇੱਕ ਬੜਾ ਕੁਦਰਤ ਵਾਲਾ ਮੌਜਜ਼ਾ ਕਰ ਔਰ ਉਹਨਾਂ ਦੇ ਇਮਾਨ ਨੂੰ ਵਧਾ, ਉਹਨਾਂ ਦੀ ਮੁਸ਼ਕਲਾਂ ਆਸਾਨ ਫਰਮਾ ਔਰ ਇਸ ਚੈਨਲ ਨੂੰ ਹੋਰ ਵਧਾ। ਜਿਨ੍ਹਾਂ ਲੋਕਾਂ ਤੱਕ ਇਹ ਪਹੁੰਚਦਾ ਹੈ ਖੁਦਾਵੰਦ ਹੋਰ ਜ਼ਿਆਦਾ ਲੋਕ ਇਹਦੇ ਵਸੀਲੇ ਨਾਲ ਬਰਕਤ ਪਾਣ, ਨਜਾਤ ਪਾਣ ਤੇ ਸ਼ਿਫਾ ਪਾਣ, ਮਸੀਹ ਖੁਦਾਵੰਦ ਦੇ ਵਸੀਲੇ ਨਾਲ। ਆਮੀਨ 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 ਆਮੀਨ। ਮੇਰਾ ਈਮਾਨ ਹੈ ਖੁਦਾ ਦੇ ਕਲਾਮ ਨੇ ਤੁਹਾਨੂੰ ਅੱਛੂ ਹੈ ਬਰਕਤ ਦਿੱਤੀ ਹੈ। ਪਾਦੀ ਸੈਮਲ ਖੋਕਰ ਸਾਹਿਬ ਦਾ ਨੰਬਰ ਟੀਵੀ ਤੇ ਵੀ ਜ਼ਰੂਰ ਇਹਨਾਂ ਨੂੰ ਫੋਨ ਤੁਸੀਂ ਕਰ ਸਕਦੇ ਹੋ ਔਰ ਸਾਨੂੰ ਵੀ ਫੋਨ ਕਰ ਸਕਦੇ ਹੋ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖੋ। ਇਹ ਨਵਾਂ ਸਾਲ ਤੁਹਾਡੇ ਵਾਸਤੇ ਬਰਕਤਾਂ ਦਾ, ਖੁਸ਼ੀਆਂ ਦਾ ਔਰ ਖੁਦਾ ਦੇ ਜਲਾਲ ਵਾਸਤੇ ਫਲ ਪੈਦਾ ਕਰਨ ਦਾ ਸਾਲ ਹੋਏ। ਖੁਦਾਵੰਦ ਯਿਸੂ ਮਸੀਹ ਦੀ ਸਲਾਮਤੀ, ਉਹਦੀ ਬਰਕਤ, ਉਹਦਾ ਇਤਮੀਨਾਨ ਤੁਹਾਡੇ ਸਾਰਿਆਂ ਨਾਲ ਹੁੰਦਾ ਰਹੇ। ਗੋਡ ਬਲੈਸ ਯੂ ਆਲ। ਗੋਡ ਬਲੈਸ ਪਾਕਿਸਤਾਨ।